ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਗ੍ਰੰਥ ਕਲਯੁਗ ਭਇਓ ਸ਼੍ਰੀ ਗੁਰ ਰੂਪ ਮਹਾਨ। 10 ਪਾਤਸ਼ਾਹੀਆਂ ਰੂਪ ਇਹ ਗੁਰੂ ਗ੍ਰੰਥ ਜੀ ਜਾਨ। ਗੁਰੂ ਦਰਸ ਜਿਹ ਦੇਖਣਾ ਸ਼੍ਰੀ ਗ੍ਰੰਥ ਦਰਸਾਏ। ਬਾਤਾਂ ਕਰਨ ਗੁਰ ਸੋ ਚਾਹੈ ਪੜ੍ਹੇ ਗ੍ਰੰਥ ਚਿਤ ਲਾਏ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਹਰ ਤਨ ਸੰਚਹੁ ਰੇ ਜਨ ਭਾਈ। ਸਤਿਗੁਰ ਸੇਵ ਰਹੋ ਸਰਣਾਈ। ਤਸ ਕਰ ਚੋਰ ਨਾ ਲਾਗੈ ਤਾਕੋ। ਤੁਨ ਉਪਜੈ ਸ਼ਬਦ ਜਗਾਇਆ। ਹਰ ਤਨ ਸੰਚਹੁ ਰੇ ਜਨ ਭਾਈ। ਸਤਿਗੁਰ ਸੇਵ ਰਹੋ ਸਰਣਾਈ। ਤਸ ਕਰ ਚੋਰ ਨ ਲਾਗੈ ਤਾਕੋ। ਤੁਨ ਉਪਜੈ ਸ਼ਬਦ ਜਗਾਇਆ। ਤੂੰ ਏਕੰਕਾਰ ਨਿਰਾਲਮ ਰਾਜਾ। ਤੂੰ ਆਪ ਸਵਾਰ ਹੈ ਜਨ ਕੇ ਕਾਜਾ। ਅਮਰ ਅਡੋਲ ਅਪਾਰ ਅਮੋਲਕ। ਹਰ ਅਸਥਿਰ ਥਾਨ ਸੁਹਾਇਆ।
ਦੇਹੀ ਨਗਰੀ ਉਤਮ ਥਾਨਾ, ਪੰਚ ਲੋਕ ਵਸਹਿ ਪਰਧਾਨਾ। ਊਪਰ ਏਕੰਕਾਰ ਨਿਰਾਲਮ, ਸੁਨ ਸਮਾਧ ਲਗਾਇਆ। ਦੇਹੀ ਨਗਰੀ ਨੌ ਦਰਵਾਜੇ, ਸਿਰ ਸਿਰ ਕਰਣੈ ਹਾਰੈ ਸਾਜੇ। ਦਸਵੈ ਪੁਰਖ ਅਤੀਤ ਨਿਰਾਲਾ, ਆਪੇ ਅਲਖ ਲਖਾਇਆ। ਦੇਹੀ ਨਗਰੀ ਨੌ ਦਰਵਾਜੇ, ਸਿਰ ਸਿਰ ਕਰਣੈ ਹਾਰੈ ਸਾਜੇ। ਦਸਵੈ ਪੁਰਖ ਅਤੀਤ ਨਿਰਾਲਾ, ਆਪੇ ਅਲਖ ਲਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ। ਆਪ ਜੀ ਵੱਡੀਆਂ ਭਾਗਾਂ ਵਾਲੇ ਹੋ, ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ, ਸਹਿਬੇ ਕਮਾਲ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸਰਵਣ ਕਰਦੀਆਂ ਆ ਰਹੀਆਂ ਹਨ। ਜੋ ਪਾਵਨ ਸ਼ਬਦ ਦੇ ਪਹਿਲੇ 4 ਬੰਦ ਆਪ ਜੀ ਨੇ ਸਰਵਣ ਕੀਤੇ ਹਨ। ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸਰਵਣ ਕਰਨੀ ਹੈ। ਜਿੱਥੇ ਅੱਜ ਆਪਾਂ ਗੁਰਬਾਣੀ ਦੀ ਵਿਚਾਰ ਸਰਵਣ ਕਰਾਂਗੇ, ਉੱਥੇ ਨਾਲ ਹੀ 2 ਅੱਜ ਇਤਿਹਾਸਕ ਦਿਹਾੜੇ ਹਨ। ਇੱਕ ਭਾਈ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ, ਤੇ ਦੂਸਰਾ ਸੱਚੇ ਸਤਿਗੁਰੂ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੱਜ ਗੁਰਤਾ ਗੱਦੀ ਦਿਵਸ ਦਿਹਾੜਾ ਹੈ। ਸੋ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਤਾ ਗੱਦੀ ਦਿਵਸ ਦਿਹਾੜੇ ਦੀ ਲੱਖ ਲੱਖ ਵਧਾਈ। ਤੇ ਆਓ ਗੁਰੂ ਸਾਹਿਬ ਜਿੱਥੇ ਗੁਰਬਾਣੀ ਦੀ ਵਿਚਾਰ ਸਰਵਣ ਕਰਾਂਗੇ, ਤੇ ਨਾਲ ਨਾਲ ਆਪਾਂ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕਰਕੇ ਜੋਤੀ ਜੋ ਸਮਾਨ ਤੋਂ ਪਹਿਲਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਨੂੰ ਲੜ ਲਾ ਕੇ ਗਏ ਨੇ, ਉਹ ਇਤਿਹਾਸ ਦੇ ਨਾਲ ਵੀ ਆਪਾਂ ਸਾਂਝ ਪਾਵਾਂਗੇ। ਸੋ ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ,
ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਹਰ ਤਨ ਸੰਚੋ ਰੇ ਜਨ ਭਾਈ, ਸਤਿਗੁਰ ਸੇਵ ਰਹੋ ਸਰਨਾਈ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਮਾਰੂ ਰਾਗ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਹ 19ਵਾਂ ਸ਼ਬਦ ਹੈ। ਸਤਿਗੁਰਾਂ ਦੇ ਪਾਵਨ ਅੰਕ 1039 ਤੋਂ ਪ੍ਰਾਰੰਭ ਹੁੰਦਾ ਹੈ ਤੇ 1040 ਤੇ ਜਾ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਆਰੰਭਤਾ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਹਨ ਕਿ ਹਰ ਤਨ ਸੰਚੋ ਰੇ ਜਨ ਭਾਈ। ਹੇ ਭਾਈ, ਹਰੀ ਦਾ ਨਾਮ ਰੂਪੀ ਧਨ, ਹੇ ਹਰੀ ਦੇ ਜਨ, ਹਰੀ ਦੇ ਨਾਮ ਰੂਪੀ ਧਨ ਨੂੰ ਸੰਚੋ ਇਕੱਤਰ ਕਰਨਾ ਕਰੋ। ਸੰਸਾਰ ਘਰ ਦੇ ਵਿੱਚ ਆ ਕੇ ਜੀਵ, ਹਰ ਇੱਕ ਜੀਵ ਦੀ ਇਹ ਤੀਬਰ ਇੱਛਾ ਹੈ, ਚਾਹੇ ਕੋਈ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਕੋਈ ਰਾਜਾ ਹੈ, ਚਾਹੇ ਭਿਖਾਰੀ ਹੈ, ਹਰ ਇੱਕ ਮਨੁੱਖ ਨੂੰ ਹੋੜ ਲੱਗੀ ਹੋਈ ਹੈ ਕਿ ਮੇਰੇ ਕੋਲ ਬਹੁਤ ਸਾਰਾ ਧਨ ਹੋਵੇ। ਮਨੁੱਖ ਇਹ ਸੋਚਦਾ ਹੈ ਕਿ ਮੈਂ ਰਾਤੋਂ ਰਾਤ ਅਮੀਰ ਹੋ ਜਾਵਾਂ, ਮੈਨੂੰ ਕਿਸੇ ਪ੍ਰਕਾਰ ਦੀ ਕਮੀ ਨਾ ਰਵੇ। ਪਰ ਗੁਰੂ ਸਵਾਰਿਓ, ਇਹ ਜੋ ਧਨ ਸੰਪਦਾ ਹੈ, ਜੋ ਸਾਡੇ ਕਰਮਾਂ ਦੇ 'ਚ ਫਲਵਰ ਵਿਧਾਤਿਆਂ ਨੇ ਲਿਖ ਦਿੱਤਾ ਹੈ, ਉਹਦੇ ਮੁਤਾਬਕ ਹੀ ਸਾਨੂੰ ਇਹ ਨਸੀਬ ਹੋਣੀ ਹੈ। ਜਿੰਨੀ ਕੁ ਕਿਸੇ ਦੇ ਕਰਮਾਂ 'ਚ ਲਿਖੀ ਹੋਈ, ਮਿਹਨਤ ਮਸ਼ੱਕਤ ਕਰਨਾ ਸਾਡਾ ਫਰਜ਼ ਹੈ, ਫਲ ਦੇਣਾ ਪਰਮਾਤਮਾ ਦਾ ਕੰਮ ਹੈ। ਜੋ ਮੇਰੇ ਕਰਮਾਂ ਦੇ ਵਿੱਚ ਹੈ ਉਹ ਮੈਨੂੰ ਪ੍ਰਾਪਤ ਹੋਵੇਗਾ, ਜਿਹੜਾ ਤੁਹਾਡੇ ਕਰਮਾਂ ਦੇ ਵਿੱਚ ਹੈ ਉਹ ਤੁਹਾਨੂੰ ਪ੍ਰਾਪਤ ਹੋਵੇ। ਕੋਈ ਉਸ ਧਨ ਨੂੰ ਖੋਹ ਨਹੀਂ ਸਕਦਾ ਹੈ। ਮੇਰਾ ਤੁਸੀਂ ਨਹੀਂ ਖੋਹ ਸਕਦੇ, ਮੈਂ ਤੁਹਾਡਾ ਨਹੀਂ ਖੋਹ ਸਕਦਾ ਹਾਂ, ਕਿਉਂਕਿ ਜਿਸ ਤਰ੍ਹਾਂ ਵਾਹਿਗੁਰੂ ਨੇ ਲਿਖ ਦਿੱਤਾ ਹੈ ਉਹਦੇ ਮੁਤਾਬਕ ਹੀ ਸਭ ਕੁਝ ਹੋਣਾ ਹੈ। ਤੇ ਸਤਿਗੁਰੂ ਕਹਿੰਦੇ ਪਰ ਮਨੁੱਖ ਨੂੰ ਹੋੜ ਲੱਗੀ ਹੈ, ਇਹ ਕੋਟ ਜੋਰੇ ਮਨ ਨਾ ਹੋਰੇ, ਪਰੈ ਪਰੈ ਗੁਰੂਜੀ ਹੈ, ਤ੍ਰਿਸ਼ਨਾ ਬਿਰਲੇ ਕੀ ਬੂਝੀਏ। ਇਹੋ ਜਿਹੀ ਹਾ ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਕਹਿੰਦੇ ਜਿਵੇਂ ਤੂੰ ਭਾਈ ਦੁਨਿਆਵੀ ਧਨ ਨੂੰ ਇਕੱਤਰ ਕਰਨ ਦੇ ਲਈ ਦਿਨ ਰਾਤ ਲੱਗਿਆ ਰਹਿੰਦਾ ਹੈ, ਇਹਨੇ ਆਪਣਾ ਨੀਂਦ ਚੈਨ ਸਭ ਕੁਝ ਗਵਾ ਲੈਂਦਾ ਹੈ, ਤੇ ਸਤਿਗੁਰੂ ਕਹਿੰਦੇ ਇਹ ਧਨ ਤਾਂ ਇੱਥੇ ਹੀ ਰਹਿ ਜਾਣਾ। ਕਹਿੰਦੇ ਭਾਈ ਜੇ ਤੂੰ ਚਾਹੁੰਦਾ ਨਾ ਕਿ ਮੈਂ ਅਮੀਰ ਹੋਵਾਂ, ਮੈਂ ਧਨ ਨੂੰ ਆਪਣੇ ਨਾਲ ਲੈ ਕੇ ਜਾਵਾਂ, ਕਹਿੰਦੇ ਫਿਰ ਉਹ ਧਨ ਵੱਖਰਾ ਏ। ਉਹ ਧਨ ਕਿਹੜਾ ਹੈ? ਹਰੀ ਦਾ ਨਾਮ ਰੂਪੀ ਧਨ, ਵਾਹਿਗੁਰੂ ਗੁਰਮੰਤਰ। ਉਹ ਧਨ ਨੂੰ ਕਹਿੰਦੇ ਜਪਣਾ ਕਰ, ਉਹਨੂੰ ਇਕੱਤਰ ਕਰ, ਉਹ ਤੇਰੇ ਨਾਲ ਨਿਭਣ ਵਾਲਾ ਹੈ। ਭਗਤ ਕਬੀਰ ਸਾਹਿਬਾਨ ਜੀ ਨੂੰ ਪੁੱਛੋ, ਤੇ ਕਬੀਰ ਸਾਹਿਬਾਨ ਜੀ ਵਚਨ ਕਰਦੇ ਨੇ ਕਿ ਕਿਨ ਹੀ ਬਣ ਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਸੰਤਹੁ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕਬੀਰ ਸਾਹਿਬਾਨ ਜੀ ਵਚਨ ਕਰਦੇ ਨੇ ਸੰਸਾਰ ਘਰ ਵਿੱਚ ਆ ਕੇ ਮਨੁੱਖ ਵੱਖਰੇ ਵੱਖਰੇ ਕਿਰਤ ਕਰਦਾ, ਵਪਾਰ ਕਰਦਾ ਹੈ। ਕਿਸੇ ਨੇ ਕਾਂਸੀ ਤਾਂਬੇ ਦਾ ਵਪਾਰ ਕੀਤਾ, ਕਿਸੇ ਨੇ ਲੌਂਗ ਸੁਪਾਰੀਆਂ ਦਾ ਕਰਨਾ ਕੀਤਾ, ਕਿਸੇ ਨੇ ਕੁਝ ਕੀਤਾ, ਕਿਸੇ ਨੇ ਕੁਝ ਕੀਤਾ। ਪਰ ਰੱਬ ਦੇ ਪਿਆਰੇ ਸੰਤ ਜਨਾਂ ਨੇ ਵੀ ਵਪਾਰ ਕੀਤਾ ਹੈ। ਉਹਨਾਂ ਨੇ ਵਪਾਰ ਕਿਹੜਾ ਕੀਤਾ ਹੈ? ਨਾਮ ਦਾ ਵਪਾਰ।
ਸੰਤੋ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਤਾਂ ਇਹ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਬਣਜ ਕਰੋ ਬਣਜਾਰਿਓ। ਕਹਿੰਦੇ ਸਤਿਗੁਰੂ ਕਹਿੰਦੇ ਭਾਈ ਇਹ ਜੀਵ ਰੂਪੀ ਬਣਜਾਰੇ ਤੂੰ ਬਣਜ ਕਰਨਾ ਕਰ। ਕਿਹੜਾ ਬਣਜ ਕਰਨਾ? ਬਣਜ ਕਰੋ ਬਣਜਾਰਿਓ, ਬਖਰ ਲਿਓ ਸੰਭਾਲ, ਤੈਸੀ ਬਸਤ ਵਿਸਾਹੀਐ, ਜੈਸੀ ਨਿਭੈ ਨਾਲ। ਕਹਿੰਦੇ ਉਹ ਆਪਣੇ ਸਮੇਂ ਨੂੰ ਸੰਭਾਲਣਾ ਕਰ, ਸਮੇਂ ਨੂੰ ਅਜਾਈ ਨਾ ਜਾਣ ਦੇ। ਉਹ ਵਸਤੂ ਇਕੱਤਰ ਕਰ ਜਿਹੜੀ ਵਸਤੂ ਤੇਰੇ ਨਾਲ ਨਿਭਣ ਵਾਲੀ ਹੈ। ਉਹ ਵਸਤੂ ਕਿਹੜੀ ਹੈ? ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਯਾਦ। ਪਰਮਾਤਮਾ ਦੀ ਯਾਦ ਕੀ ਹੈ? ਕਿ ਵਾਹਿਗੁਰੂ ਨੂੰ ਹਰ ਸਮੇਂ ਆਪਾਂ ਹਾਜ਼ਰ ਨਾਜ਼ਰ ਜਾਣਨਾ। ਬਸ ਕਿ ਇਹ ਸੋਚਣਾ ਕਿ ਮੇਰਾ ਵਾਹਿਗੁਰੂ ਜਿਹੜਾ ਹੈ, ਜੋ ਮੈਂ ਕਰਮ ਕਰਦਾ ਸੁਬਾਹ ਤੋਂ ਲਾ ਕੇ ਸ਼ਾਮ ਤੱਕ, ਸੌਣ ਤੱਕ, ਸੁੱਤਾ ਪਿਆ ਵੀ ਕਰਮ ਕਰ ਰਿਹਾ ਹੈ, ਮੇਰੇ ਇੱਕ ਇੱਕ ਕਰਮ ਨੂੰ ਮੇਰਾ ਮਾਲਕ ਦੇਖ ਰਿਹਾ ਹੈ। ਜੋ ਮੈਂ ਕਰ ਰਿਹਾ ਉਹ ਦੇਖ ਰਿਹਾ ਹੈ। ਜਦੋਂ ਅਸੀਂ ਇਸ ਤਰ੍ਹਾਂ ਯਾਦ ਰੱਖਾਂਗੇ ਰੱਬ ਨੂੰ, ਗੁਰੂ ਨੂੰ ਚੇਤੇ ਰੱਖਾਂਗੇ, ਤੇ ਜ਼ਿੰਦਗੀ 'ਚ ਗੁਰੂ ਸਾਹਿਬ ਮਨੁੱਖ ਪਰ ਉਹ ਜੀਵ ਪਾਪ ਨਹੀਂ ਕਰ ਸਕਦਾ ਹੈ। ਪਾਪ ਉਦੋਂ ਸਾਤੋਂ ਹੁੰਦਾ ਹੈ ਜਦੋਂ ਆਪਾਂ ਰੱਬ ਨੂੰ ਭੁੱਲ ਜਾਂਦੇ, ਗੁਰੂ ਨੂੰ ਭੁੱਲ ਜਾਂਦੇ ਹਾਂ। ਜਦੋਂ ਸਾਨੂੰ ਇਹ ਯਾਦ ਹੋਵੇਗਾ ਕਿ ਨਹੀਂ, ਰੱਬ ਮੈਨੂੰ ਦੇਖ ਰਿਹਾ ਹੈ, ਪਰਮਾਤਮਾ ਮੈਨੂੰ ਦੇਖ ਰਿਹਾ ਹੈ, ਤੇ ਉਦੋਂ ਫਿਰ ਗੁਰੂ ਸਵਾਰੇ ਮਨੁੱਖ ਤੋਂ ਕੋਈ ਪਾਪ ਨਹੀਂ ਹੋਵੇਗਾ। ਪਰ ਇਹ ਅਵਸਥਾਵਾਂ ਬਣਦੀਆਂ ਨੇ ਜਦੋਂ ਆਪਾਂ ਨਾਮ ਬਾਣੀ ਦਾ ਅਭਿਆਸ ਕਰੀ ਜਾਈਏ, ਗੁਰੂ ਦੇ ਬਚਨਾਂ ਉੱਤੇ ਪਹਿਰਾ ਦਿੰਦੇ ਰਹੀਏ, ਫਿਰ ਗੁਰੂ ਸਵਰੇ ਇਸ ਅਵਸਥਾ ਦੇ ਆਪਾਂ ਧਾਰਨੀ ਬਣ ਸਕਦੇ ਹਾਂ। ਸੋ ਸਤਿਗੁਰੂ ਕਹਿੰਦੇ ਨੇ ਭਾਈ ਹਰ ਤਨ ਸੰਚੋ ਰੇ ਜਨ ਭਾਈ। ਇਹ ਭਾਈ, ਇਹ ਹਰੀ ਦੇ ਜਨ, ਕਹਿੰਦੇ ਭਾਈ ਹਰੀ ਦੇ ਨਾਮ ਰੂਪੀ ਧਨ ਨੂੰ ਸੰਚੋ ਇਕੱਤਰ ਕਰਨਾ ਕਰੋ। ਸਤਿਗੁਰੂ ਜੀ ਇਹ ਨਾਮ ਰੂਪੀ ਧਨ ਕਿਵੇਂ ਇਕੱਤਰ ਹੋਣਾ ਹੈ? ਤਰੀਕਾ ਕੀ ਹੈ? ਕਹਿੰਦੇ ਸਤਿਗੁਰ ਸੇਵ ਰਹੋ ਸ਼ਰਨ ਆਈ। ਇਹ ਗੁਰੂ ਪਾਸੋਂ ਮਿਲਣਾ ਹੈ। ਗੁਰੂ ਦੀ ਸ਼ਰਨ ਵਿੱਚ ਆ ਕੇ ਨਾ, ਗੁਰੂ ਦੇ ਬਚਨਾਂ ਉੱਤੇ ਪਹਿਰਾ ਦੇ ਕੇ, ਸਤਿਗੁਰ ਦੀ ਸੇਵਾ ਕਰਕੇ, ਗੁਰੂ ਨੂੰ ਚੇਤੇ ਕਰਕੇ, ਫਿਰ ਕਹਿੰਦੇ ਭਾਈ ਉਹਦੀ ਸਤਿਗੁਰ ਦੀ ਸ਼ਰਨ ਵਿੱਚ ਰਹਿ ਕੇ, ਸ਼ਰਨਾਈ ਸ਼ਰਨ ਵਿੱਚ ਰਹਿ ਕੇ, ਫਿਰ ਇਹ ਧਨ ਤੈਨੂੰ ਪ੍ਰਾਪਤ ਹੋਣਾ, ਨਸੀਬ ਹੋਣਾ ਹੈ। ਕਿਉਂਕਿ ਜੋ ਗੁਰੂ ਜਿਹੜਾ ਹੈ ਸਾਨੂੰ ਪਰਮੇਸ਼ਰ ਨਾਲ ਮਿਲਾਉਣ ਵਾਲਾ, ਗੁਰੂ ਪਾਤਸ਼ਾਹ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੱਜ ਗੁਰਤਾ ਗੱਦੀ ਦਿਵਸ ਦਿਹਾੜਾ ਹੈ। ਉਹ ਸਮਾਂ ਯਾਦ ਕਰੀਏ ਜਦੋਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਗੁਰੂ ਕਾਂਚੀ ਤੋਂ ਸਤਿਗੁਰੂ ਜੀ ਨੇ ਚਾਲੇ ਪਾਏ ਨੇ। ਨੰਦੇੜ ਦੀ ਧਰਤੀ, ਅਬਚਲ ਨਗਰ ਹਜ਼ੂਰ ਸਾਹਿਬ ਜੋ ਸਾਡਾ ਸ਼੍ਰੋਮਣੀ ਤਖਤ ਹੈ, ਤੇ ਉੱਥੇ ਜਾ ਕੇ ਸਤਿਗੁਰੂ ਨੇ ਜਾ ਕੇ ਆਪਣੇ ਡੇਰੇ ਲਾ ਲਏ। ਗੁਰਬਾਣੀ ਦਾ ਫਰਮਾਨ ਹੈ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਹੁਣ ਸਤਿਗੁਰ ਦੇ ਮੁਬਾਰਕ ਚਰਨ ਪਏ, ਧਰਤੀ ਸੋਭਨੀਕ ਹੋ ਗਈ, ਧਰਤੀ ਪੂਜਣ ਯੋਗ ਹੋ ਗਈ। ਅੱਜ ਤੱਕ ਪੂਜਦੇ ਤਾਂ ਰਹਿੰਦੀ ਦੁਨੀਆ ਤੱਕ ਉਹ ਧਰਤੀ ਪੂਜੀ ਜਾਵੇ ਜਿੱਥੇ ਸਤਿਗੁਰ ਨੇ ਆਪਣਾ ਅੰਤਮ ਸਮਾਂ ਗੁਜ਼ਾਰਨਾ ਕੀਤਾ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਉਸ ਅਸਥਾਨ 'ਤੇ ਪਹੁੰਚੇ, ਮੁਬਾਰਕ ਚਰਨ ਪਾਏ ਨੇ, ਕਹਿੰਦੇ ਨੇ ਫਿਰ ਉੱਥੇ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਸੀ, ਮਾਧੋ ਦਾਸ ਬੈਰਾਗੀ, ਉਹਦੇ ਡੇਰੇ 'ਚ ਜਾ ਕੇ ਸਤਿਗੁਰੂ ਨੇ ਡੇਰਾ ਲਾਇਆ, ਤੇ ਉਹਨੂੰ ਭੁੱਲੇ ਪਏ ਹੋਏ ਨੂੰ, ਕਰਾਹੇ ਪਏ ਨੂੰ ਰਾਹ ਪਾਣਾ ਕੀਤਾ। ਆਪ ਜੀ ਇਤਿਹਾਸ ਤੋਂ ਭਲੀ ਪਤ ਜਾਣੂ ਹੋ ਕਿ ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਮਾਧੋ ਦਾਸ ਬੈਰਾਗੀ
ਗੁਰੂ ਦੀ ਸ਼ਰਨ ਵਿੱਚ ਆਇਆ। ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ ਨਾਮ ਰੱਖਿਆ ਗਿਆ ਗੁਰਬਖਸ਼ ਸਿੰਘ, ਤੇ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋਇਆ। ਬੰਦਾ ਸਿੰਘ ਬਹਾਦਰ ਦੇ ਨਾਲ ਪ੍ਰਸਿੱਧ ਹੋਇਆ ਤੇ ਕਲਗੀਧਰ ਪਾਤਸ਼ਾਹ ਨੇ ਸਾਰੀ ਗਾਥਾ ਦੱਸੀ ਹੈ, ਪੰਜਾਬ ਦੇ ਹਾਲਾਤ ਦੱਸੇ ਤੇ ਕਿਵੇਂ ਪਰਿਵਾਰ ਖੇਰੂ ਖੇਰੂ ਹੋਇਆ, ਕਿਵੇਂ 4 ਸਾਹਿਬਜ਼ਾਦੇ ਸ਼ਹੀਦ ਹੋਏ ਨੇ। ਬੰਦਾ ਸਿੰਘ ਬਹਾਦਰ ਸੁਣਦਾ ਹੈ, ਡੋਲੇ ਫਰਕਦੇ ਨੇ, ਜੋਸ਼ ਜਾਗਿਆ। ਜੇ ਸਤਿਗੁਰੂ ਨੇ 20 ਰਸ ਪੈਦਾ ਕੀਤਾ ਤੇ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦਿੱਤਾ। ਇਤਿਹਾਸਕਾਰ ਲਿਖਦੇ ਨੇ ਕਿ 5 ਤੀਰ ਤੇ 25 ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹਜੂਰ ਸਾਹਿਬ ਦੀ ਧਰਤੀ ਤੋਂ ਪੰਜਾਬ ਵੱਲ ਨੂੰ ਤੋਰਨਾ ਕੀਤੇ। ਇੱਧਰ ਬੰਦਾ ਬਹਾਦਰ ਨੇ ਤੇ ਗੁਰੂ ਸਵਾਰਿਓ ਜ਼ਾਲਮਾਂ ਦਾ ਸੋਧਾ ਲਾਇਆ, ਤੇ ਉਧਰ ਸਤਿਗੁਰੂ ਦਸ਼ਮੇਸ਼ ਪਿਤਾ ਮਾਰ ਹੁਕਮਨਾਮੇ ਭੇਜੇ ਗਏ ਨੇ ਕੱਲੇ ਕੱਲੇ ਨੂੰ ਕਿ ਖਾਸ ਤੌਰ ਤੇ ਪੰਜਾਬ ਦੇ ਜਿਹੜੇ ਸਿੱਖ ਸਨ ਉਹਨਾਂ ਲਈ ਕਿ ਬੰਦਾ ਸਿੰਘ ਬਹਾਦਰ ਦੀ ਤੁਸੀਂ ਮਦਦ ਕਰਨੀ ਹੈ, ਨਾਲ ਇਹਦੇ ਤੁਰਨਾ ਹੈ, ਹਰ ਸਮੇਂ ਸਹਾਇਤਾ ਕਰਨੀ ਹੈ। ਉਧਰ ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਹਜੂਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹਨ। ਬਹਾਦਰ ਸ਼ਾਹ ਦੇ ਨਾਲ ਸਤਿਗੁਰੂ ਦੀ ਨੇੜਤਾ ਬੜੀ ਹੋ ਚੁੱਕੀ ਸੀ। ਕਾਰਨ ਸੀ ਕਿਉਂਕਿ ਬਹਾਦਰ ਸ਼ਾਹ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਕਿਰਪਾ ਸਦਕਾ ਸਤਿਗੁਰੂ ਜੀ, ਜਿਹੜਾ ਮੇਰਾ ਔਰੰਗਜ਼ੇਬ ਦੀ ਮੌਤ ਹੋਈ ਹੈ ਤੇ ਦੋਨਾਂ ਭਰਾਵਾਂ ਦੀ ਤਾਰਾ ਆਜਮ ਤੇ ਬਹਾਦਰ ਸ਼ਾਹ ਦਾ ਆਪ ਝਗੜਾ ਹੋ ਗਿਆ ਗੱਦੀ ਲੈਣ ਲਈ, ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਸੀ। ਦਸ਼ਮੇਸ਼ ਪਿਤਾ ਨੇ ਬਹਾਦਰ ਸ਼ਾਹ ਦੀ ਮਦਦ ਕੀਤੀ, ਜਿਸ ਕਰਕੇ ਉਹਨੂੰ ਹਿੰਦੁਸਤਾਨ ਦੇ ਤਖਤੋ ਤਾਜ ਉੱਤੇ ਬਿਠਾਇਆ। ਹੁਣ ਨੇੜਤਾ ਦਿਨੋਂ ਦਿਨ ਵੱਧਦੀ ਗਈ, ਇੱਥੋਂ ਤੱਕ ਇੱਕ ਵਾਰੀ ਬਹਾਦਰ ਸ਼ਾਹ ਨੰਦੇੜ ਦੀ ਧਰਤੀ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਲਈ ਕੀਮਤੀ ਇੱਕ ਹੀਰਾ ਲੈ ਕੇ ਆਇਆ। ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਨੇ ਗੁਰੂ ਸਰ ਉਹ ਹੀਰਾ ਚੁੱਕਿਆ, ਚੁੱਕ ਕੇ ਸਾਹਮਣੇ ਗੋਦਾਵਰੀ ਸੁੱਟ ਦਿੱਤਾ। ਜਦੋਂ ਹੀਰਾ ਸੁੱਟਿਆ ਹੈ ਤੇ ਬਹਾਦਰ ਸ਼ਾਹ ਸੋਚਦਾ ਕਿਹੋ ਜਿਹਾ ਗੁਰੂ ਹੈ ਕਿ ਐਨੇ ਮੈਂ ਜੰਗ ਯੁੱਧ ਕੀਤੇ, ਜੰਗ ਯੁੱਧ ਬੜੀ ਸੈਨਾ ਮਰਵਾਣਾ ਕੀਤੀ ਹੈ, ਫਿਰ ਇਹ ਹੀਰਾ ਮੇਰੇ ਹੱਥ 'ਚ ਲੱਗਿਆ ਹੈ। ਹੁਣ ਸਤਿਗੁਰੂ ਜੀ ਨੇ ਹੀਰਾ ਸੁੱਟ ਦਿੱਤਾ ਹੈ ਨਦੀ 'ਚ, ਸਤਿਗੁਰੂ ਨੂੰ ਕਦਰ ਹੀ ਨਹੀਂ ਹੈ। ਅੰਤਰਜਾਮੀ ਸਤਿਗੁਰੂ ਜਾਣਦੇ ਨੇ ਤੇ ਪਾਤਸ਼ਾਹ ਕਹਿਣ ਲੱਗੇ ਕਿ ਉਸ ਨਦੀ ਦੇ ਕਿਨਾਰੇ ਤੇ ਖਲੋ, ਜਿਹੜਾ ਤੇਰਾ ਹੀਰਾ ਪਛਾਣ ਨਾ ਕਰ ਪਾਈ। ਜਦੋਂ ਹੁਣ ਸਾਹਮਣੇ ਜਾ ਕੇ ਖਲੋਤਾ, ਕੀ ਦੇਖਦਾ ਉੱਥੇ ਤਾਂ ਹਜ਼ਾਰਾਂ ਹੀਰੇ ਪਏ ਹੋਏ ਨੇ। ਇਹ ਸਮਝ ਨਹੀਂ ਆ ਰਹੀ ਕਿ ਮੇਰਾ ਹੀਰਾ ਕਿਹੜਾ ਹੈ, ਤੇ ਇਹ ਬਿਲਕੁਲ ਪਹਿਚਾਣ ਨਹੀਂ ਆ ਰਹੀ ਹੈ। ਫਿਰ ਜਾਣ ਗਿਆ ਕਿ ਸਤਿਗੁਰੂ ਤਾਂ ਕਰਾਮਾਤ ਦੇ ਮਾਲਕ ਨੇ, ਸਤਿਗੁਰੂ ਦੇ ਚਰਨਾਂ ਡਿੱਗ ਪਿਆ। ਦਿਨੋਂ ਦਿਨ ਨੇੜਤਾ ਵੱਧਦੀ ਗਈ ਤੇ ਇੱਧਰ ਪੰਜਾਬ ਦੀ ਧਰਤੀ ਤੇ ਸੂਬਾ ਸਰਹੰਦ ਵਜੀਦ ਖਾਂ, ਉਹਦੇ ਕੋਲ ਪਲ ਪਲ ਦੀ ਖਬਰ ਪਹੁੰਚ ਰਹੀ ਹੈ। ਤੇ ਜਿਹੜਾ ਮਨੁੱਖ ਪਾਪ ਕਰਦਾ ਨਾ, ਪਾਪ ਗਲਤ ਕੰਮ ਕਰੇ, ਉਹ ਆਪਣੀ ਜ਼ਿੰਦਗੀ 'ਚ ਗੁਰੂ ਦੇ ਅੰਤਮ ਸਮੇਂ ਤੱਕ ਡਰਦਾ ਰਹਿੰਦਾ। ਉਹਦੇ ਅੰਦਰ ਖੌਫ ਪੈਦਾ ਹੁੰਦਾ, ਕਿਤੇ ਪਤਾ ਨਾ ਕਿਸੇ ਨੂੰ ਲੱਗ ਜਾ, ਮੇਰਾ ਪਾਪ ਉਜਾਗਰ ਨਾ ਹੋ ਜਾਵੇ, ਮੈਂ ਪਕੜਿਆ ਨਾ ਜਾਵਾਂ, ਮੈਨੂੰ ਸਜ਼ਾ ਨਾ ਮਿਲ ਜਾਵੇ। ਇਸੇ ਤਰ੍ਹਾਂ ਇਹ ਵਜ਼ੀਰ ਖਾਂ ਦੀ ਹਾਲਤ ਵੀ ਤਰਸਯੋਗ ਹੋਈ ਹੈ। ਗੁਰੂ ਪਾਤਸ਼ਾਹ ਦੀ ਬਹਾਦਰ ਸ਼ਾਹ ਨੇੜਤਾ ਵੱਧਦੀ ਹੈ ਤੇ ਵਜ਼ੀਰ ਖਾਂ ਦੇ ਅੰਦਰ ਡਰ ਪੈਦਾ ਹੋ ਰਿਹਾ, ਕਿਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹਵਾਲੇ ਮੈਨੂੰ ਨਾ ਕੀਤਾ ਜਾਵੇ। ਜੇ ਬਾਦਸ਼ਾਹ ਨੇ ਸਤਿਗੁਰ ਦੇ ਹਵਾਲੇ ਕਰ ਦਿੱਤਾ ਤੇ ਸਤਿਗੁਰੂ ਮੈਨੂੰ ਵੱਡੀ ਸਜ਼ਾ ਦੇਣਗੇ। ਇਸ ਕਰਕੇ ਕੋਈ ਨਾ ਕੋਈ ਜੁਗਤੀ ਵਰਤ, ਹੀਲਾ ਵਸੀਲਾ ਕੀਤਾ ਜਾਵੇ ਤਾਂ ਕਿ ਮੇਰਾ ਬਚਾਅ ਹੋ ਜਾਵੇ। ਕਹਿੰਦੇ ਨੇ ਉਸ ਸਮੇਂ ਨੇ 2 ਪਠਾਨ ਤਿਆਰ ਕੀਤੇ।
ਦੋ ਪਠਾਨ ਜਿਹਦਾ ਨਾਮ, ਇੱਕ ਦਾ ਨਾਮ ਹੈ ਅਤੋਲੇ ਖਾਂ, ਇੱਕ ਦਾ ਨਾਮ ਹੈ ਗੁੱਲ ਖਾਂ। ਇਹਨਾਂ ਦੋਨਾਂ ਪਠਾਣਾਂ ਨੂੰ ਮਾਇਆ ਦਿੱਤੀ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਤਮ ਕਰੋ। ਆ ਚੁੱਕੋ ਮਾਇਆ, ਜੇ ਤੁਸੀਂ ਸਤਿਗੁਰੂ ਖਤਮ ਕਰਕੇ ਆਵੋਗੇ ਤੁਹਾਨੂੰ ਮੈਂ ਹੋਰ ਮਾਇਆ ਦੇਵਾਂਗਾ, ਤੁਹਾਨੂੰ ਵੱਡੇ ਮਰਤਬੇ ਦੇ ਦਿਆਂਗਾ। ਇੱਥੋਂ ਤੱਕ ਗੁਰੂ ਸਵਾਰਿਓ ਇਤਿਹਾਸਕਾਰ ਵੀ ਲਿਖਦੇ ਨੇ, ਜਿਹੜਾ ਇਹ ਗੁੱਲ ਖਾਂ ਹੈ, ਇਹ ਜਿਹੜਾ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਹੱਥੀਂ ਪਾਲਿਆ ਸੀ, ਪੈਂਦੇ ਖਾਂ, ਪੈਂਦੇ ਖਾਂ ਦੀ ਅੰਸ਼ ਵੰਸ਼ ਦੇ ਵਿੱਚੋਂ ਸੀ। ਤੇ ਮਨ 'ਚ ਵਿਚਾਰ ਕਰਦਾ ਕਿ ਚਲੋ ਨਾਲੇ ਸਤਿਗੁਰੂ ਤੋਂ ਆਪਣੇ ਪਿਤਾ ਦਾ, ਦਾਦੇ ਦਾ ਬਦਲਾ ਵੀ ਲੈ ਲਵਾਂਗੇ, ਤੇ ਨਾਲ ਹੀ ਸਤਿਗੁਰੂ ਨਾਲੇ ਸਾਨੂੰ ਬਾਦਸ਼ਾਹ ਸੂਬਾ ਸਰਹੰਦ ਵੱਲੋਂ ਇਨਾਮ ਮਿਲੇਗਾ। ਇਸ ਤਰ੍ਹਾਂ ਸੋਚ ਵਿਚਾਰ ਕੇ ਉਹਨੇ ਹਾਂ ਕੀਤੀ ਹੈ। ਕਿ ਦੋਨੋਂ ਆ ਗਏ, ਅਤੋਲੇ ਖਾਂ ਤੇ ਗੁੱਲ ਖਾਂ, ਜਦੋਂ ਹਜ਼ੂਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ, ਸ਼ਰਧਾਲੂ ਬਣ ਕੇ ਪਖੰਡ ਕਰ ਰਹੇ ਨੇ, ਪਰ ਸਤਿਗੁਰੂ ਅੰਤਰਜਾਮੀ ਜਾਣਦੇ, ਸਤਿਗੁਰੂ ਸਭ ਕੁਝ ਨੇ, ਪਰ ਪਾਤਸ਼ਾਹ ਨੂੰ ਪਤਾ ਕਿ ਸੁਣ ਕਿਉਂ ਜਿਹੜਾ ਪੈਦਾ ਹੋਇਆ ਨਾ ਉਹਦਾ ਅੰਤ ਹੋਣਾ ਇੱਕ ਦਿਨ। ਸਤਿਗੁਰੂ ਪਤਾ ਕਿ ਜਿਹੜੇ ਕਾਰਜ ਲਈ ਅਕਾਲ ਪੁਰਖ ਨੇ ਸਾਨੂੰ ਸੰਸਾਰ 'ਚ ਭੇਜਿਆ ਸੀ ਨਾ, ਉਹ ਕਾਰਜ ਆਪਾਂ ਕਰ ਚੁੱਕੇ ਹਾਂ, ਤੇ ਹੁਣ ਸੱਚਖੰਡ ਜਾਣ ਦਾ ਸਾਡਾ ਸਮਾਂ ਹੈ। ਕਿ ਕੋਈ ਨਾ ਕੋਈ ਬਹਾਨਾ ਬਣਨਾ ਹੁੰਦਾ ਹੈ, ਤੇ ਸਤਿਗੁਰ ਦੀ ਹਜ਼ੂਰੀ ਵਿੱਚ ਰਹਿੰਦੇ ਨੇ, ਸਿੱਖ ਸੰਗਤਾਂ ਵਿੱਚ ਮਿਲੇ, ਬਿਲਕੁਲ ਮਿਲ ਵਰਤ ਕੇ ਰਹਿੰਦੇ ਨੇ। ਮਨ ਇੱਕ ਤਰ੍ਹਾਂ ਗੁਰੂ ਕੇ ਸਿੱਖਾਂ ਦਾ, ਸਿੰਘਾਂ ਦਾ, ਸੰਗਤਾਂ ਦਾ ਮਨ ਜਿੱਤ ਲਿਆ। ਸਤਿਗੁਰ ਦੇ ਦਰ ਟਹਿਲ ਸੇਵਾ ਵੀ ਕਰਦੇ ਨੇ, ਸੰਗਤ ਵਿੱਚ ਦੋਨੋਂ ਸਮੇਂ ਆ ਕੇ ਬੈਠਦੇ ਨੇ। ਤੇ ਇੱਕ ਦਿਨ ਫਿਰ ਘਟਨਾ ਵਾਪਰੀ। ਸਿੰਘਾਂ ਨੂੰ ਇਸ ਅਤੋਲੇ ਖਾਂ ਉੱਤੇ ਤੇ ਗੁੱਲ ਖਾਂ ਉੱਤੇ ਇੰਨਾ ਵਿਸ਼ਵਾਸ ਹੋ ਗਿਆ ਸੀ, ਜਦੋਂ ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਦੇ ਦੀਵਾਨ ਸਜੇ ਹੁੰਦੇ ਸਨ, ਜੇ ਸਤਿਗੁਰੂ ਆਪਣੇ ਆਸਣ ਤੇ ਸਤਿਗੁਰੂ ਵਿਰਾਜਮਾਨ ਹੁੰਦੇ ਸੀ, ਤੇ ਕਈ ਵਾਰੀ ਸਿੰਘ ਇੱਧਰ ਉੱਧਰ ਚਲੇ ਜਾਂਦੇ, ਕਹਿੰਦੇ ਕੋਈ ਗੱਲ ਨਹੀਂ, ਉੱਥੇ ਅਤੋਲੇ ਖਾਂ ਤੇ ਗੁੱਲ ਖਾਂ ਖਲੋਤੇ ਨੇ। ਸਿੰਘ ਅਵੇਸਲੇ ਹੋਏ, ਸਿੰਘ ਇੱਧਰ ਉੱਧਰ ਹੋਏ। ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਤੰਬੂ ਵਿੱਚ ਪਹੁੰਚੇ ਨੇ। ਆਸਣ ਉੱਤੇ ਬੈਠ ਕੇ ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਨੇ ਸੋਦਰ ਦੀ ਬਾਣੀ ਦਾ ਜਾਪ ਕੀਤਾ। ਅਤੋਲੇ ਖਾਂ ਤੇ ਗੁੱਲ ਖਾਂ ਨੇ ਆਪਸ ਵਿਚਾਰ ਕੀਤੀ, ਕਹਿਣ ਲੱਗੇ ਇਹ ਤੋਂ ਵਧੀਆ ਮੌਕਾ ਕੋਈ ਹੋਰ ਨਹੀਂ ਹੋ ਸਕਦਾ ਹੈ। ਕਲਗੀਧਰ ਪਾਤਸ਼ਾਹ ਦੇ ਕੋਲ ਕੋਈ ਵੀ ਪਹਿਰੇਦਾਰ ਸਿੱਖ ਨਹੀਂ ਖਲੋਤਾ ਹੋਇਆ ਹੈ। ਅਤੋਲੇ ਖਾਂ ਨੂੰ ਗੁੱਲ ਖਾਂ ਕਹਿੰਦਾ, ਭਰਾਵਾ ਤੂੰ ਬਾਹਰ ਖਲੋਣਾ ਕਰ, ਮੈਂ ਅੰਦਰ ਜਾਂਦਾ ਹਾਂ। ਮੈਂ ਸਮਾਂ ਪਾ ਕੇ ਇਹ ਜਿਹੜਾ ਮੇਰੇ ਹੱਥ ਵਿੱਚ ਖੰਜਰ ਪਕੜਿਆ ਹੋਇਆ ਨਾ, ਇਹ ਖੰਜਰ ਆਮ ਨਹੀਂ ਹੈ, ਇਹ ਖੰਜਰ ਦੀ ਧਾਰ ਬੜੀ ਤਿੱਖੀ ਹੈ। ਜਿੱਥੇ ਇਹ ਖੰਜਰ ਬੜਾ ਤਿੱਖਾ ਹੈ, ਉੱਥੇ ਇਸ ਖੰਜਰ ਉੱਤੇ ਜ਼ਹਿਰ ਲਾਇਆ ਹੋਇਆ ਹੈ। ਤੇ ਮੈਂ ਮੌਕਾ ਪਾ ਕੇ ਸਤਿਗੁਰੂ ਦਸ਼ਮੇਸ਼ ਪਿਤਾ ਦੇ ਇਹ ਖੰਜਰ ਮਾਰਾਂਗਾ, ਤੇ ਸਤਿਗੁਰੂ ਜਦੋਂ ਜ਼ਹਿਰ ਅੰਦਰ ਫੈਲੇਗਾ ਤੇ ਸਤਿਗੁਰੂ ਆਪਣੇ ਆਪ ਖਤਮ ਹੋ ਜਾਣਗੇ। ਤੇ ਕਹਿੰਦੇ ਇਹ ਵਿਚਾਰ ਕੀਤੀ। ਅਤੋਲੇ ਖਾਂ ਬਾਹਰ ਖਲੋਤਾ ਹੋਇਆ, ਗੁੱਲ ਖਾਂ ਸਤਿਗੁਰੂ ਦਸ਼ਮੇਸ਼ ਪਿਤਾ ਦੇ ਕੋਲ ਅੰਦਰ ਪਹੁੰਚ ਗਿਆ। ਧੰਨ ਦਸ਼ਮੇਸ਼ ਪਿਤਾ ਮਹਾਰਾਜ ਗੁੱਲ ਖਾਂ ਵੱਲ ਵੇਖ ਕੇ ਹੱਸਦੇ ਨੇ। ਅੰਤਰਜਾਮੀ ਨੇ ਪਾਤਸ਼ਾਹ, ਪਤਾ ਹੈ ਕਿ ਹੁਣ ਵਾਰ ਕਰਨਾ ਹੈ, ਤੇ ਨਾਲ ਸਤਿਗੁਰੂ ਹੱਸਦੇ ਇਸ ਤਰ੍ਹਾਂ ਨੇ ਕਿਉਂਕਿ ਸਤਿਗੁਰੂ ਨੂੰ ਇਹ ਪਤਾ ਕਿ ਇਹ ਵਾਰ ਕਰਕੇ ਸੋਚਦਾ ਕਿ ਦਸ਼ਮੇਸ਼ ਪਿਤਾ ਉੱਤੇ ਮੈਂ ਵਾਰ ਕਰਕੇ ਭੱਜ ਜਾਵਾਂਗਾ। ਤੇ ਸਤਿਗੁਰੂ ਹੱਸਦੇ ਨੇ ਕਿ ਇੱਕ ਤਲਵਾਰ ਦੀ ਇੱਕ ਵਾਰ ਦੇ ਨਾਲ ਇਹਦਾ ਸਿਰ ਤੁਹਾਡੇ ਨਾਲੋਂ ਵੱਖਰਾ ਹੋਵੇਗਾ। ਕਿਉਂਕਿ ਸਤਿਗੁਰੂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ, ਮੌਤ ਇਹਦੀ ਇਹਨੂੰ ਉਡੀਕ ਰਹੀ ਹੈ। ਉੱਥੇ ਅਸਲ ਵਿੱਚ ਕਾਲ ਇਹਦਾ ਆਇਆ ਹੋਇਆ ਹੈ। ਧੰਨ ਕਲਗੀਧਰ ਪਾਤਸ਼ਾਹ ਨੇ ਸੋਦਰ ਦਾ ਪਾਠ ਕੀਤਾ। ਅਤੋਲੇ ਇਹ ਗੁੱਲ ਖਾਂ ਕੋਲ ਬੈਠਾ ਹੋਇਆ। ਕਹਿੰਦੇ ਜਦੋਂ ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਪਲੰਘ ਉੱਤੇ ਜਦੋਂ ਲੇਟੇ ਨੇ ਨਾ, ਤੇ ਉਦੋਂ ਇਹਨੇ ਸਮਾਂ ਪਾ ਕੇ ਉਸੇ ਸਮੇਂ ਆਪਣਾ ਖੰਜਰ ਕੱਢਿਆ, ਕਲਗੀਧਰ ਪਾਤਸ਼ਾਹ ਦੀ ਸੱਜੀ ਬੱਖੀ ਦੇ ਵਿੱਚ ਮਾਰਨਾ ਕੀਤਾ। ਬੜੀ ਜ਼ੋਰ ਦੀ ਖੰਜਰ ਮਾਰਿਆ, ਅੰਦਰ ਖੁੱਭ ਗਿਆ।
ਤੇ ਸਤਿਗੁਰ ਨੇ ਉਸੇ ਸਮੇਂ ਆਪਣੇ ਮਿਆਨ ਚੋਂ ਸ਼੍ਰੀ ਸਾਹਿਬ ਕੱਢੀ। ਛਿਣ ਮਾਤਰ ਦੇ ਵਿੱਚ ਗੁਰੂ ਸਾਹਿਬ ਤੋਲੇ ਗੁੱਲ ਖਾਂ ਦੇ ਧੌਣ ਦੇ ਉੱਤੇ ਉਹ ਸ਼੍ਰੀ ਸਾਹਿਬ ਚਲਾਈ ਆ। ਜਿਹੜਾ ਸੀਸ ਢਾਲਣਾ ਵੱਖਰਾ ਹੋਇਆ, ਉੱਥੇ ਹੀ ਇਹ ਗੁੱਲ ਖਾਂ ਖਤਮ ਹੋ ਗਿਆ। ਕਲਗੀਧਰ ਪਾਤਸ਼ਾਹ ਦਾ ਹੱਥੋਂ ਮਾਰਿਆ ਗਿਆ। ਹੁਣ ਜਦੋਂ ਰੌਲਾ ਪਿਆ ਏ, ਉਹ ਤੋਲੇ ਖਾਂ ਭੱਜਣ ਲੱਗਿਆ, ਜਿਹੜਾ ਬਾਹਰ ਪਹਿਰੇ 'ਤੇ ਖਲੋਤਾ ਹੋਇਆ ਸੀ, ਤੇ ਸਿੰਘਾਂ ਨੂੰ ਪਤਾ ਲੱਗਿਆ। ਸਿੰਘ ਦੌੜ ਕੇ ਭੱਜ ਕੇ ਆਏ ਨੇ, ਤੇ ਸਿੰਘਾਂ ਨੇ ਆਪਣੀ ਤਲਵਾਰ ਦੇ ਰਾਹੀਂ ਤੋਲੇ ਖਾਂ ਦਾ ਵੀ ਖਾਤਮਾ ਕਰ ਦਿੱਤਾ। ਦੋਨੋਂ ਮਾਰੇ ਗਏ, ਦੋਨੋਂ ਖਤਮ ਹੋ ਗਏ। ਕਲਗੀਧਰ ਪਾਤਸ਼ਾਹ ਜਿਹੜਾ ਜ਼ਖਮ ਸੀ ਬੜਾ ਡੂੰਘਾ, ਕਹਿੰਦੇ ਉਸ ਸਮੇਂ ਜਰਾਹ ਨੂੰ ਸੱਦਿਆ ਗਿਆ। ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਦੇ ਸਰੀਰ ਉੱਤੇ ਜਿਹੜਾ ਪੱਟੀ ਕੀਤੀ, ਕਮਰ ਕੱਸਾ ਚੰਗੀ ਤਰ੍ਹਾਂ ਬੰਨ੍ਹਿਆ ਗਿਆ, ਬੜਾ ਲਹੂ ਵਗ ਚੁੱਕਾ ਸੀ। ਤੇ ਇਤਿਹਾਸਕਾਰ ਲਿਖਦੇ ਨੇ ਕਿ ਤੋਪੇ ਲਾਏ ਗਏ ਉਸ ਦਿਨ, ਸਤਿਗੁਰੂ ਟਾਂਕੇ ਲਾਏ ਗਏ ਸਨ। ਤੇ ਹੌਲੀ ਹੌਲੀ ਇਹ ਜ਼ਖਮ ਠੀਕ ਹੁੰਦਾ ਗਿਆ। ਸਤਿਗੁਰੂ ਜੀ ਬਿਲਕੁਲ ਤੰਦਰੁਸਤ। ਕਹਿੰਦੇ ਇੱਕ ਦਿਨ ਦਸ਼ਮੇਸ਼ ਪਿਤਾ ਮਹਾਰਾਜ ਦਾ ਦਰਬਾਰ ਸਜਿਆ ਹੋਇਆ। ਸਤਿਗੁਰਾਂ ਦੇ ਦਰਬਾਰ ਦੇ ਵਿੱਚ ਇੱਕ ਬੜਾ ਭਾਰੀ ਧਨੁੱਖ ਪਿਆ ਹੋਇਆ। ਧਨੁੱਖ ਪਿਆ ਹੋਇਆ ਉਸ ਸਮੇਂ ਬਹਾਦਰ ਸ਼ਾਹ ਦੇ ਅਹਿਲਕਾਰ ਜੋ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚੇ ਨੇ, ਉਹਨਾਂ ਨੇ ਸਤਿਗੁਰ ਦੇ ਸਾਰੇ ਸ਼ਸਤਰਾਂ ਦੇ ਦਰਸ਼ਨ ਦੀਦਾਰੇ ਕੀਤੇ ਨੇ। ਜਦੋਂ ਧਨੁੱਖ ਦੇਖਣਾ ਕੀਤਾ, ਧਨੁੱਖ ਬੜਾ ਭਾਰੀ, ਵਜਨ ਬਹੁਤ ਜ਼ਿਆਦਾ ਹੈ। ਤੇ ਉਦੋਂ ਆਖਣ ਲੱਗੇ ਕਿ ਇਹ ਜਿਹੜੀਆਂ ਵਸਤੂਆਂ ਹੁੰਦੀਆਂ ਨੇ ਨਾ, ਐਡੇ ਵੱਡੇ ਵੱਡੇ ਧਨੁੱਖ, ਇਹ ਜਿਹੜੇ ਬਾਦਸ਼ਾਹ ਲੋਕ ਹੁੰਦੇ, ਰਾਜੇ ਮਹਾਰਾਜੇ ਹੁੰਦੇ ਨੇ, ਇਹ ਲੋਕਾਂ ਨੂੰ ਦਿਖਾਉਣ ਵਾਸਤੇ ਨਾ ਰੱਖੇ ਹੁੰਦੇ ਨੇ ਕਿ ਇਹ ਚਲਾਉਂਦੇ ਨਹੀਂ ਹਨ, ਇਹ ਚਲਾਏ ਨਹੀਂ ਜਾਂਦੇ ਹਨ। ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਇਸ ਤਰ੍ਹਾਂ ਆਖਿਆ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੁਰੂ ਨਾਨਕ ਦੇ ਘਰ ਵਿੱਚ ਕੁਝ ਵੀ ਨਕਲੀ ਨਹੀਂ ਹੈ, ਵਿਖਾਵੇ ਦਾ ਕੰਮ ਨਹੀਂ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਜੋ ਦਿਖ ਰਿਹਾ ਉਹ ਬਿਲਕੁਲ ਹੋ ਰਿਹਾ ਹੈ, ਕੋਈ ਵਿਖਾਵਾ ਨਹੀਂ ਹੈ। ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਕਹਿੰਦੇ, ਬੈਠੋ ਤੁਹਾਨੂੰ ਦਿਖਾਉਂਦੇ ਆ ਇਹ ਧਨੁੱਖ ਕਿਵੇਂ ਚਲਾਇਆ ਜਾਂਦਾ ਹੈ। ਕਹਿੰਦੇ ਨੇ ਉਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਗੁਰੂ ਸਵਾਰਿਓ ਉਹ ਧਨੁੱਖ ਚੁੱਕਿਆ, ਤੇ ਸਤਿਗੁਰੂ ਨੇ ਤੀਰ ਲਾਇਆ ਉਹਦੇ ਵਿੱਚ, ਚਿੱਲੇ ਨਾਲ ਜੋੜ ਕੇ ਕੰਨ ਤੱਕ ਖਿੱਚ ਕੇ ਜਦੋਂ ਤੀਰ ਚਲਾਇਆ ਨਾ, ਚੜ ਚੜ ਹੋਈ ਹੈ, ਤੀਰ ਛੂੰਕਦਾ ਹੋਇਆ ਗਿਆ। ਤੀਰ ਤਾਂ ਚੱਲ ਪਿਆ, ਪਰ ਇੱਧਰ ਗੁਰੂ ਸਰ ਜਿਹੜੇ ਸਤਿਗੁਰੂ ਦਾ ਜ਼ਖਮ ਹਾਲੇ ਅੱਲਾ ਸੀ ਨਾ, ਉਸ ਜ਼ਖਮ ਦੇ ਵਿੱਚੋਂ ਉਹ ਟਾਂਕੇ ਟੁੱਟੇ ਨੇ, ਅੰਦਰੋਂ ਲਹੂ ਦੀਆਂ ਧਾਰਾਂ ਵਗ ਪਈਆਂ, ਲਹੂ ਵਗਿਆ। ਸਤਿਗੁਰ ਦਾ ਜਾਮਾ ਜਿਹੜਾ ਸੀ ਉਹ ਲਹੂ ਨਾਲ ਲਾਲ ਹੋ ਗਿਆ। ਜਿਹੜਾ ਸਤਿਗੁਰ ਨੇ ਕਛਹਿਰਾ ਪਹਿਨਿਆ ਹੋਇਆ ਸੀ ਨਾ, ਕਛਹਿਰੇ ਦੇ ਵਿੱਚ ਕਛਹਿਰਾ ਵੀ ਲਹੂ ਨਾਲ ਲਾਲ ਹੋ ਗਿਆ। ਤੇ ਸਿੰਘਾਂ ਨੇ ਜਦੋਂ ਸਤਿਗੁਰ ਦੀ ਇਹ ਹਾਲਤ ਦੇਖੀ ਹੈ, ਸਿੰਘਾਂ ਦੇ ਮਨ ਵਿੱਚ ਡਰ ਪੈਦਾ ਹੋਇਆ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਉਸ ਸਿੰਘਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਤੇ ਸਤਿਗੁਰੂ ਜੀ ਅਸੀਂ ਜਰਾਹ ਨੂੰ ਸਾਦੇ ਹਾਂ, ਤੁਹਾਡੇ ਵੈਦ ਹਕੀਮ ਨੂੰ ਸਾਦੇ ਹਾਂ, ਤੁਹਾਡਾ ਦੁਆਰਾ ਇਲਾਜ ਹੋ ਜਾਵੇਗਾ। ਕਲਗੀਧਰ ਪਾਤਸ਼ਾਹ ਨੇ ਕਮਰ ਕੱਸਾ ਬੰਨ੍ਹਿਆ ਘੁੱਟ ਕੇ, ਕਹਿਣ ਲੱਗੀ, ਨਹੀਂ ਸਿੰਘੋ, ਹੁਣ ਸਮਾਂ ਆ ਚੁੱਕਾ ਹੈ, ਅਸੀਂ ਪੰਜ ਭੂਤਕ ਸਰੀਰ ਦਾ ਓਹਲਾ ਕਰਨਾ ਹੈ। ਸਮਾਂ ਆ ਚੁੱਕਾ ਸੰਸਾਰ ਤੋਂ ਜਾਣ ਦਾ, ਸਾਡਾ ਅੰਤਮ ਸਮਾਂ ਹੈ। ਕਿਸੇ ਜਰਾਹ ਨੂੰ, ਕਿਸੇ ਵੀ ਵੈਦ ਨੂੰ ਨਹੀਂ ਸੱਦਣ ਦੀ ਲੋੜ ਨਹੀਂ ਹੈ। ਤੁਸੀਂ ਤਿਆਰੀ ਕਰੋ, ਸ਼ਮਿਆਨੇ ਲਾਵੋ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਗ੍ਰੰਥ ਦਾ ਪ੍ਰਕਾਸ਼ ਕਰਨਾ ਕਰੋ। ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ। ਸਿੰਘ ਬਰਾਗ ਦੇ ਵਿੱਚ ਨੇਤਰਾਂ ਵਿੱਚੋਂ ਹੰਝੂ ਡਿੱਗਦੇ ਨੇ। ਜਿਸ ਗੁਰੂ ਦੇ ਲਈ ਇੱਕ ਬਚਨ ਕਰਕੇ ਗੁਰੂ ਸਿੰਘ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਸਨ, ਅੱਜ ਉਹ ਗੁਰੂ ਜ਼ਖਮੀ ਹਾਲਤ ਦੇ ਵਿੱਚ ਹੈ। ਤੇ ਗੁਰੂ ਨੇ ਉੱਤੋਂ ਦੀ ਆਖ ਦਿੱਤਾ ਕਿ ਨਹੀਂ, ਸਾਡਾ ਅੰਤਮ ਸਮਾਂ ਆ ਗਿਆ ਏ। ਤੇ ਸਿੰਘਾਂ ਦੇ ਅੰਦਰ ਤੜਫ ਹੈ ਕਿ ਹੁਣ ਸਤਿਗੁਰ ਦੇ ਆਪਾਂ ਕਿਵੇਂ ਦੀਦਾਰ ਕਰਿਆ ਕਰਾਂਗੇ। ਸਤਿਗੁਰੂ ਜੋਤੀ ਜੋ ਸਮਾਣਗੇ,
ਗੱਦੀ ਸਤਿਗੁਰੂ ਕਿਹਨੂੰ ਦੇਣਗੇ? ਕਿਉਂਕਿ ਜੋ ਪਿਛੋਕੜ ਇਤਿਹਾਸ ਪੜ੍ਹਦੇ ਹਾਂ, ਗੁਰੂ ਨਾਨਕ ਨੇ ਗੱਦੀ ਦਿੱਤੀ ਗੁਰੂ ਅੰਗਦ ਦੇ ਮਾਰਨ, ਗੁਰੂ ਅੰਗਦ ਨੇ ਗੁਰੂ ਅਮਰਦਾਸ ਪਾਤਸ਼ਾਹ, ਇਸ ਤਰ੍ਹਾਂ 10 ਪਾਤਸ਼ਾਹ ਤੱਕ ਚੱਲਦਾ ਆਇਆ। ਕਿ ਹੁਣ ਸਤਿਗੁਰੂ ਜੀ ਗੁਰਤਾ ਗੱਦੀ ਕਿਹਨੂੰ ਦੇਣਗੇ? ਵਿਚਾਰ ਝੱਲਦੀ ਆਪਸ 'ਚ ਕਿ ਜਦੋਂ ਇਹ ਇਤਿਹਾਸ ਦੀ ਘਟਨਾਵਾਂ ਯਾਦ ਕਰਾਂਗੇ। ਦੇਖੋ ਸਿੱਖ ਕਹਿਣ ਲੱਗੇ, ਜਦੋਂ ਬੀਬੀ ਭਾਨੀ ਜੀ ਹੋਏ ਨੇ, ਬੀਬੀ ਭਾਨੀ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਪਿਤਾ ਗੁਰੂ ਦੀ ਸੇਵਾ ਕੀਤੀ ਸੀ ਅਤੇ ਪਿਤਾ ਗੁਰੂ ਪਾਸੋਂ ਇਹ ਵਰ ਮੰਗਿਆ ਸੀ ਕਿ ਪਿਤਾ ਗੁਰੂ ਜੀ ਜਿਹੜੀ ਇਹ ਗੁਰਤਾ ਗੱਦੀ ਹੈ ਸੋਢੀਆਂ ਦੇ ਵਿੱਚ ਹੀ ਰਹਿ ਜਾਵੇ, ਬਾਹਰ ਨਾ ਜਾਵੇ। ਅਤੇ ਬੀਬੀ ਭਾਨੀ ਜੀ ਨੇ ਵਰ ਲਿਆ ਸੀ, ਉਹ ਵਰ ਸੱਤ ਹੋਇਆ, ਸੋਢੀਆਂ ਕੋਲ ਗੁਰਤਾ ਗੱਦੀ ਹੈ। ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋ ਸਮਾਨ ਲੱਗੇ ਨੇ, ਤਿਆਰੀ ਸਤਿਗੁਰੂ ਨੇ ਕੀਤੀ ਹੋਈ ਹੈ, ਅਤੇ ਇਹੋ ਜਿਹਾ ਕਿਹੜਾ ਸੋਢੀ ਹੈ ਜਿਹੜਾ ਗੁਰੂ ਪਾਤਸ਼ਾਹ ਦਾ ਆਗਿਆਕਾਰੀ ਹੋਵੇ? ਕਿਹੜੇ ਸੋਢੀ ਨੂੰ ਸਤਿਗੁਰੂ ਗੁਰਤਾ ਗੱਦੀ ਦੇਣਗੇ? ਕਿਉਂਕਿ ਸਤਿਗੁਰ ਦੇ ਸਾਹਿਬਜ਼ਾਦੇ ਸੀ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਫਤਿਹ ਸਿੰਘ ਜੀ, ਇਹ ਸਾਰੇ ਸ਼ਹੀਦ ਹੋ ਚੁੱਕੇ ਨੇ। ਬਾਕੀ ਜਿਹੜੇ ਹੋਰ ਸੋਢੀ ਲੋਕ ਨੇ, ਬੇਸ਼ੱਕ ਗੁਰੂ ਦੀ ਕੁੱਲ ਵਿੱਚ ਉਹ ਪੈਦਾ ਹੋਏ ਨੇ, ਪਰ ਉਹਨਾਂ ਦਾ ਕਿਰਦਾਰ ਗੁਰੂਆਂ ਜੈਸਾ ਨਹੀਂ ਹੈ, ਜੀਵਨ ਗੁਰੂਆਂ ਜੈਸਾ ਨਹੀਂ ਹੈ। ਉਹ ਕਦੇ ਵੀ ਸਤਿਗੁਰ ਦੇ ਆਗਿਆਕਾਰੀ ਨਹੀਂ ਬਣੇ ਹਨ। ਇਸ ਤਰ੍ਹਾਂ ਵਿਚਾਰਾਂ ਚੱਲ ਰਹੀਆਂ ਨੇ। ਜੋ ਪਾਤਸ਼ਾਹ ਨੇ ਆਖਿਆ ਕਿ ਪੰਡਾਲ ਸ਼ਮਿਆਨੇ ਲਾਵੋ, ਤਿਆਰੀ ਕੀਤੀ ਗਈ, ਸ਼ਮਿਆਨੇ ਲੱਗ ਗਏ, ਅਤੇ ਸਤਿਗੁਰੂ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰੋ। ਹਾਲੇ ਗ੍ਰੰਥ ਹੈ, ਗੁਰੂ ਇੱਕ ਸ਼ਬਦ ਨਹੀਂ ਗੁਰੂ ਸੇ ਲੱਗਦਾ, ਇਹਦੇ ਹਾਲੇ ਕੇਵਲ ਗ੍ਰੰਥ ਹੈ। ਕਹਿੰਦੇ ਪਾਵਨ ਗ੍ਰੰਥ ਦਾ ਪ੍ਰਕਾਸ਼ ਕਰੋ, ਅਤੇ ਪਾਵਨ ਗ੍ਰੰਥ ਦਾ ਸਿੰਘਾਂ ਨੇ ਪ੍ਰਕਾਸ਼ ਕਰ ਦਿੱਤਾ, ਪ੍ਰਕਾਸ਼ ਕੀਤਾ। ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਕਹਿੰਦੇ ਨੇ 5 ਪੈਸੇ ਨਾਰੀਅਲ ਮੰਗਵਾਇਆ, ਜੋ ਮਰਜ਼ਾਦਾ ਚੱਲੀ ਆ ਰਹੀ ਪਹਿਲਾਂ ਤੋਂ। 5 ਪੈਸੇ ਨਾਰੀਅਲ ਮੰਗਵਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਕਹਿੰਦੇ ਉਹ ਨਾਰੀਅਲ ਰੱਖ ਦਿੱਤਾ, 5 ਪੈਸੇ ਰੱਖੇ ਹਨ, ਅਤੇ ਪਰਿਕਰਮਾ ਕੀਤੀਆਂ, ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ। ਜ਼ਖਮੀ ਹਾਲਤ ਵਿੱਚ ਪਾਤਸ਼ਾਹ ਜੀ ਅਤੇ ਸਤਿਗੁਰੂ ਜੀ ਨੇ ਉਸ ਸਮੇਂ ਫਿਰ ਬਚਨ ਕੀਤੇ ਕਿ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇਹ। ਅਰਦਾਸਾ ਸੋਧਿਆ ਗਿਆ। 5 ਸਿੰਘ 5 ਪਿਆਰਿਆਂ ਦੇ ਰੂਪ ਦੇ ਵਿੱਚ, ਅਤੇ ਗੁਰੂ ਸਵਾਰਿਓ ਨਾਲ ਖਲੋਤੇ ਨੇ। ਕਲਗੀਧਰ ਪਾਤਸ਼ਾਹ ਨੇ ਅਰਦਾਸਾ ਸੋਧਿਆ। ਅਰਦਾਸਾ ਸੋਧ ਕੇ ਗੁਰੂ ਸਵਾਰੇ ਫਿਰ ਬੇਨਤੀ ਕੀਤੀ ਕਿ ਸਤਿਗੁਰੂ ਜੀ ਧੰਨ ਜੁਗੋ ਜੁਗ ਅਟਲ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਅੱਜ ਆਪ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਹੋਈ ਹੈ। ਅੱਜ ਤੋਂ ਬਾਅਦ ਆਪ ਪੰਥ ਦੀ ਜਿਹੜੀ ਹੈ ਸਾਰੀ ਦੇਖ ਰੇਖ ਆਪ ਜੀ ਕਰਨਗੇ, ਸਾਰਾ ਪੰਥ ਆਪ ਜੀ ਦੇ ਅਧੀਨ ਹੈ। ਅਤੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਅਰਦਾਸਾ ਸੋਧ ਕੇ ਇਹ ਬਚਨ ਕਰ ਦਿੱਤੇ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਜਦੋਂ ਪ੍ਰਾਪਤ ਹੋਈ ਹੈ, ਸੰਗਤਾਂ ਨੇ ਮੱਥਾ ਟੇਕਿਆ, ਸਿੰਘਾਂ ਨੇ ਮੱਥਾ ਟੇਕਿਆ, ਅਤੇ ਸਿੰਘਾਂ ਨੇ ਫਿਰ ਸਵਾਲ ਕੀਤੇ ਉਸ ਸਮੇਂ ਕਲਗੀਧਰ ਪਾਤਸ਼ਾਹ ਨੂੰ। ਸਵਾਲ ਕੈਸੇ ਸੀ? ਕਹਿਣ ਲੱਗੇ ਪਾਤਸ਼ਾਹ ਆਪ ਜੀ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ, ਪਰ ਪਾਤਸ਼ਾਹ ਜੀ ਗੱਲ ਇਹ ਹੈ ਕਿ ਜਦੋਂ ਸਾਡਾ ਮਨ ਕਰਦਾ ਹੁੰਦਾ ਸੀ ਕਿ ਸਾਡਾ ਕੋਈ ਪ੍ਰਸ਼ਨ ਹੁੰਦਾ ਸੀ, ਅਸੀਂ ਆਪ ਜੀ ਕੋਲ ਚੱਲ ਕੇ ਆਉਂਦੇ ਸੀ, ਅਰਦਾਸ ਕਰਨੀ ਅਤੇ ਸਤਿਗੁਰੂ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ, ਤੁਸਾਂ ਨੇ ਸਾਡੇ ਸਵਾਲ ਦਾ ਉੱਤਰ ਦੇ ਦੇਣਾ, ਸਾਡੀ ਸ਼ੰਕਾ ਨਿਵਰਤ ਕਰ ਦੇਣੀ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਇਹ ਤਾਂ ਬੋਲਦੇ ਨਹੀਂ ਹਨ, ਇਹ ਸਾਡੇ ਸਵਾਲ ਦਾ ਉੱਤਰ ਕਿਵੇਂ ਦੇਣਗੇ? ਧੰਨ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਕੌਣ ਕਹਿੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਬੋਲਦੇ ਨੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਨਿਤਾ ਪ੍ਰਤੀ ਬੋਲਦੇ ਨੇ। ਸਤਿਗੁਰੂ ਕਹਿਣ ਲੱਗੇ
ਜਦੋਂ ਸਿੰਘ ਰੁਮਾਲਾ ਚੁੱਕ ਕੇ ਸਤਿਗੁਰ ਦਾ ਪ੍ਰਕਾਸ਼ ਕਰਦਾ ਏ ਤੇ ਪ੍ਰਕਾਸ਼ ਕਰਨ ਵੇਲੇ ਸਤਿਗੁਰ ਦਾ ਸ਼ਬਦ ਪੜ੍ਹਿਆ ਜਾਂਦਾ, ਕਹਿੰਦੇ ਅਸਲ ਵਿੱਚ ਉਦੋਂ ਸਿੰਘ ਨਹੀਂ ਬੋਲਦਾ ਤੇ ਗੁਰੂ ਬੋਲਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਬੋਲਦੇ ਨੇ। ਤੇ ਕਹਿਣ ਲੱਗੇ ਸਤਿਗੁਰੂ ਸਾਡਾ ਸਵਾਲ, ਉਹਦਾ ਉੱਤਰ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕੋਈ ਵੀ ਮਨ 'ਚ ਸਵਾਲ ਹੋਵੇ ਨਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੋ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ। ਸਵਾਲ ਨੂੰ ਮਨ ਵਿੱਚ ਰੱਖੋ, ਬਾਣੀ ਪੜ੍ਹਨੀ ਸ਼ੁਰੂ ਕਰ ਦਿਓ ਤੇ ਤੁਹਾਡੇ ਸਵਾਲ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇਣਗੇ। ਦਿੰਦੇ ਨੇ ਗੁਰੂ ਸਵਾਰੇ। ਅੱਜ ਵੀ ਆਪਾਂ ਪ੍ਰਤਿਆ ਕੇ ਦੇਖ ਲਈਏ, ਕੋਈ ਸਵਾਲ ਮਨ ਵਿੱਚ ਰੱਖ ਕੇ ਆਪਾਂ ਸਾਹਿਬਾਂ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਈਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਨਾਲ ਉੱਤਰ ਦਿੰਦੇ ਨੇ। ਫਿਰ ਸਤਿਗੁਰ ਨੇ ਬਚਨ ਕੀਤੇ, ਕਹਿਣ ਲੱਗੇ ਇਹ ਆਮ ਗੁਰੂ ਨਹੀਂ ਹੈ। ਦੇਹ ਕਹਿੰਦੇ ਅੱਜ ਹੈ, ਦੇਹ ਕੱਲ੍ਹ ਨੂੰ ਨਹੀਂ ਹੋਵੇਗੀ। ਅੱਜ ਸਰੀਰ ਮਾਨੋ ਦੇਹਧਾਰੀ ਗੁਰੂ ਧਾਰਨ ਕਰ ਲਿਆ। ਕਹਿੰਦੇ ਅਸੀਂ ਤਾਂ ਪਹਿਲਾਂ ਤੋਂ ਹੀ ਜਦੋਂ ਆਰੰਭਤਾ ਹੋਈ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਆਰੰਭਤਾ ਹੋਈ ਹੈ ਤੇ ਉਦੋਂ ਤੋਂ ਹੀ ਸ਼ਬਦ ਦਾ ਪ੍ਰਕਾਸ਼ ਕੀਤਾ ਜਾ ਰਿਹਾ। ਭਾਈ ਸ਼ਬਦ ਦੇ ਲਾੜੀ ਸਤਿਗੁਰ ਨੇ ਲਾਇਆ ਸਾਨੂੰ, ਸਰੀਰਾਂ ਦੇ ਲੜ ਨਹੀਂ ਲਾਣਾ ਕੀਤਾ। ਤੇ ਅਸੀਂ ਤਾਂ ਪੂਰਨ ਤੌਰ ਤੇ ਇਹ ਮਰਜ਼ਾਦਾ ਬਣਾ ਦਿੱਤੀ ਹੈ ਕਿ ਹੁਣ ਭਾਈ 10 ਜਾਮੇ ਧਾਰਨ ਕਰਨੇ ਸਨ, ਧਾਰਨ ਕਰ ਲਏ। ਹੁਣ ਸ਼ਬਦ ਗੁਰੂ ਜੁਗੋ ਜੁਗ ਅਟਲ ਰਹਿੰਦੀ, ਦੁਨੀਆ ਤੱਕ ਸੰਸਾਰ 'ਚ ਰਹਿਣਗੇ, ਇਹ ਪੰਥ ਦੀ ਅਗਵਾਈ ਕਰਨਗੇ। ਤੇ ਸਤਿਗੁਰੂ ਜੀ ਨੇ ਫਿਰ ਇਹ ਬਚਨ ਕੀਤੇ ਜੋ ਇਤਿਹਾਸ ਦੇ ਬਚਨ ਨੇ। ਗੁਰਬਿਲਾਸ ਪਾਤਸ਼ਾਹ ਛੇਵੀਂ ਵਿੱਚ ਕਹਿੰਦੇ ਨੇ, ਗੁਰੂ ਦਰਸ ਜੇ ਦੇਖਣਾ ਸ਼੍ਰੀ ਗ੍ਰੰਥ ਦਰਸਾਏ, ਬਾਤਾ ਕਰਨ ਗੁਰ ਸੋ ਚਾਹੈ, ਪੜ੍ਹੇ ਗ੍ਰੰਥ ਚਿਤ ਲਾਏ। ਕਹਿੰਦੇ ਜੇ ਗੁਰੂ ਦੇ ਦੀਦਾਰ ਕਰਨੇ ਨਾ ਭਾਈ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਸ਼ਨ ਦੀਦਾਰੇ ਕਰਾਉਣਗੇ। ਜੇ ਤੁਸੀਂ ਚਾਹੁੰਦੇ ਗੁਰੂ ਨਾਲ ਗੱਲਾਂ ਬਾਤਾਂ ਕਰਨੀਆਂ, ਕਹਿੰਦੇ ਪੜ੍ਹੇ ਗ੍ਰੰਥ ਚਿੱਤ ਲਾਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚਿੱਤ ਲਾ ਕੇ ਪੜ੍ਹਨਾ ਕਰੋ, ਇਕਾਗਰ ਚਿੱਤ ਹੋ ਕੇ ਪੜ੍ਹੋ। ਮਨ ਨੂੰ ਬਾਣੀ ਪੜ੍ਹਨੀ, ਗੱਲਾਂ ਕਰਨੀਆਂ ਗੁਰੂ ਨਾਲ। ਨਿਤਨੇਮ ਕਰਦੇ ਨਾ ਆਪਾਂ ਘਰ ਵਿੱਚ ਬੈਠ ਕੇ, ਸਿੱਖ ਦੀ ਆਰੰਭਤਾ ਹੁੰਦੀ ਹੈ ਜਪਜੀ ਸਾਹਿਬ ਤੋਂ, ਤੇ ਜਪਜੀ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਆ ਤੇ ਮਨ ਨੂੰ ਇੰਝ ਸੋਚੋ ਕਿ ਗੁਰੂ ਨਾਨਕ ਨਾਲ ਗੱਲਾਂ ਕਰ ਰਹੇ ਆ। ਗੁਰੂ ਨਾਨਕ ਦੇ ਬਚਨ ਨੇ 38 ਪੌੜੀਆਂ, 1-2 ਸ਼ਲੋਕ ਇਹ ਗੁਰੂ ਨਾਨਕ ਦੇ ਨੇ ਤੇ ਗੁਰੂ ਨਾਨਕ ਨਾਲ ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ। ਜਾਪ ਸਾਹਿਬ ਦੀ ਬਾਣੀ ਆ ਗਈ, ਤੈ ਪ੍ਰਸਾਦ ਸਵਈਏ ਆ ਗਏ, ਕਵਿਓ ਬਾਚ ਬੇਨਤੀ ਚੌਪਈ ਆ ਗਈ। ਫਿਰ ਇੰਝ ਸੋਚੋ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ। ਅੱਗੇ ਆ ਗਿਆ ਆਨੰਦ ਸਾਹਿਬ, ਤੇ ਇਹ ਸੋਚੋ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨਾਲ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ। ਫਿਰ ਸੋਦਰ ਦੀ ਬਾਣੀ ਆਉਂਦੀ ਸੰਧਿਆ ਵੇਲੇ, ਸੰਧਿਆ ਵੇਲੇ ਸੋਦਰ ਦੀ ਬਾਣੀ 'ਚ ਇਹ ਸੋਚੋ ਕਿ ਗੁਰੂ ਨਾਨਕ ਦੀ ਬਾਣੀ, ਗੁਰੂ ਨਾਨਕ ਨਾਲ ਗੱਲਾਂ ਹੋ ਰਹੀਆਂ ਨੇ, ਗੁਰੂ ਰਾਮਦਾਸ ਪਾਤਸ਼ਾਹ ਨਾਲ ਗੱਲਾਂ ਹੋ ਰਹੀਆਂ, ਗੁਰੂ ਅਰਜਨ ਦੇਵ ਮਹਾਰਾਜ ਨਾਲ ਗੱਲਾਂ ਹੋ ਰਹੀਆਂ, ਕਲਗੀਧਰ ਪਾਤਸ਼ਾਹ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ। ਗੱਲ ਕੀ ਹੈ, ਜਦੋਂ ਧਿਆਨ ਲਾ ਕੇ ਪੜ੍ਹਾਂਗੇ ਨਾ ਫਿਰ ਗੁਰੂ ਸਾਹਿਬ ਆਨੰਦ ਆਉਂਦਾ ਹੈ। ਪਰ ਬਹੁਤ ਦਰ ਸਾਡਾ ਧਿਆਨ ਨਹੀਂ ਹੁੰਦਾ ਹੈ, ਗੁਟਕਾ ਹੱਥ ਵਿੱਚ ਪਕੜਿਆ ਹੁੰਦਾ ਹੈ ਤੇ ਧਿਆਨ ਸਾਡਾ ਇੱਧਰ ਉੱਧਰ ਗੁਰੂ ਸਾਹਿਬ ਭੜਕਿਆ ਹੁੰਦਾ ਹੈ। ਇਕਾਗਰ ਚਿੱਤ ਹੋ ਕੇ ਸਤਿਗੁਰ ਦੀ ਬਾਣੀ ਨੂੰ ਪੜ੍ਹੇ, ਗ੍ਰੰਥ ਚਿੱਤ ਲਾਏ, ਤੇ ਚਿੱਤ ਲਾ ਕੇ ਇਕਾਗਰ ਚਿੱਤ ਹੋ ਕੇ ਸਤਿਗੁਰ ਦੀ ਬਾਣੀ ਨੂੰ ਪੜ੍ਹਾਂਗੇ, ਫਿਰ ਸਤਿਗੁਰ ਦੇ ਦਰ ਤੋਂ ਸਾਨੂੰ ਖੁਸ਼ੀਆਂ ਮਿਲਣੀਆਂ ਨੇ। ਫਿਰ ਪਾਤਸ਼ਾਹ ਵੀ ਵਚਨ ਕੀਤੇ ਸਤਿਗੁਰ ਨੇ, ਗੁਰ ਇਤਿਹਾਸ ਦੇ ਬੋਲ ਨੇ, ਕਹਿੰਦੇ ਨੇ, ਗੁਰੂ ਗ੍ਰੰਥ ਕਲ ਯੁਗ ਭਇਓ, ਸ਼੍ਰੀ ਗੁਰ ਗ੍ਰੰਥ ਮਹਾਨ, ਕਹਿੰਦੇ 10 ਪਾਤਸ਼ਾਹੀਆਂ ਰੂਪ ਇਹ,
ਗੁਰੂ ਗ੍ਰੰਥ ਜੀ ਜਾਨ। ਗੁਰੂ ਗ੍ਰੰਥ ਕਲਯੁਗ ਭਇਓ। ਕਲਯੁਗ ਦੇ ਸਮੇਂ ਵਿੱਚ ਗੁਰੂ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਸ਼੍ਰੀ ਗੁਰੂ ਰੂਪ ਮਹਾਨ, ਸ਼੍ਰੀ ਗੁਰੂ ਜੀ ਦਾ ਸ਼੍ਰੋਮਣੀ ਸਤਿਗੁਰ ਦਾ ਮਹਾਨ ਰੂਪ ਨੇ, ਕਿਉਂਕਿ ਸਾਰਿਆਂ ਦਾ ਸਾਂਝੇ ਗੁਰੂ ਨੇ ਸਤਿਗੁਰੂ। ਗੁਰੂ ਨਾਨਕ ਦੀ ਬਾਣੀ, ਗੁਰੂ ਅੰਗਦ ਦੀ ਬਾਣੀ, ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ, ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ, ਪੰਜਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ, ਛੇਵੇਂ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ। 9 ਧੁਨੀਆਂ ਆਉਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, 12 ਦੇ ਵਿੱਚ, ਜਿਹੜੀਆਂ ਇਹ 9 ਧੁਨੀਆਂ ਦਰਜ ਵੀ ਛੇਵੇਂ ਪਾਤਸ਼ਾਹ ਮਹਾਰਾਜ ਨੇ ਕਰਵਾਈਆਂ ਸਨ। ਜੋ ਸਤਿਗੁਰੂ ਅਕਾਲ ਤਖਤ ਸਾਹਿਬ ਤੇ ਗੁਰੂ ਸਵਾਰੇ ਸਤਿਗੁਰੂ ਜੀ ਸੁਣਦੇ ਨੇ, 12 ਸੁਣਦੇ, ਢਾਡੀ 12, ਤੇ ਉਦੋਂ ਸਤਿਗੁਰੂ ਜੀ ਨੇ ਫਿਰ ਇਹ ਧੁਨੀਆਂ ਵਿੱਚ ਦਰਜ ਕਰਵਾਈਆਂ ਸਨ। ਤੇ ਇਸ ਤਰ੍ਹਾਂ ਸਤਿਗੁਰੂ ਜੀ ਨੇ ਫਿਰ ਕਹਿੰਦੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ 10 ਪਾਤਸ਼ਾਹ ਦੇ ਰੂਪ ਹਨ। ਆਤਮਿਕ ਜੋਤ ਹੈ ਸਤਿਗੁਰ ਦੀ। ਜਗਮਗ ਜੋਤ ਬਿਰਾਜ ਹੀ ਸ੍ਰੀ ਗੁਰੂ ਗ੍ਰੰਥ ਮਝਾਰ। ਇਸੇ ਕਰਕੇ ਕਲਗੀਧਰ ਪਾਤਸ਼ਾਹ ਨੇ ਕਹਿ ਦਿੱਤਾ ਨਾ ਕਿ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰੀਤ ਸਜੈ ਬ੍ਰਤ, ਗੋਰ ਮੜੀ ਮੱਠ ਭੂਲ ਨਾ ਮਾਨੈ। ਕਲਗੀਧਰ ਪਾਤਸ਼ਾਹ ਨੇ ਬਚਨ ਕਰ ਦਿੱਤੇ ਗੁਰੂ ਸਵਾਰਿਓ। ਸੋ ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਤੇ ਸਾਰੀਆਂ ਸੰਗਤਾਂ ਨੂੰ ਸੰਬੋਧਨ ਕੀਤੇ। ਤੇ ਸੰਬੋਧਨ ਕਰਨ ਉਪਰੰਤ ਫਿਰ ਸਤਿਗੁਰੂ ਕਿਵੇਂ ਜੋਤੀ ਜੋ ਸਮਾਉਂਦੇ ਨੇ ਤੇ ਕਿਵੇਂ ਅੰਤਮ ਸਮੇਂ ਪਾਤਸ਼ਾਹ ਨੇ 52 ਹੁਕਮਨਾਮੇ ਜਾਰੀ ਕੀਤੇ ਸਨ ਸੰਗਤਾਂ ਨੂੰ। ਉਹ ਹੁਕਮਨਾਮੇ ਜਿਹੜੇ ਗੁਰੂ ਸਵਾਰੀ ਹੈ, ਸਤਿਗੁਰੂ ਕਿਰਪਾ ਕਰਨ ਜਿਸ ਦਿਨ ਸਤਿਗੁਰੂ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੋਵੇਗਾ, ਉਸ ਦਿਨ ਆਪ ਸੰਗਤਾਂ ਨਾਲ ਵਿਚਾਰ ਸਾਂਝੀ ਕੀਤੀ ਜਾਵੇਗੀ। ਸੋ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਤਾ ਗੱਦੀ ਦਿਵਸ ਦਿਹਾੜੇ ਦੀ ਲੱਖ ਲੱਖ ਮੁਬਾਰਕ। ਆਓ 5 ਮਿੰਟ ਕੇਵਲ ਬਾਕੀ ਹਨ ਜੋ ਸ਼ਬਦ ਦੀ ਵਿਚਾਰ ਚੱਲ ਰਹੀ ਹੈ। ਤੇ ਪਾਤਸ਼ਾਹ ਕਹਿੰਦੇ ਨੇ ਹਤ ਗੁਰ ਸੇਵ ਰਹੋ ਸਰਨਾਈ, ਹਰ ਤਨ ਸੰਚੋ ਰੇ ਜਨ ਭਾਈ, ਸਤਿਗੁਰ ਸੇਵ ਰਹੋ ਸਰਨਾਈ। ਕਹਿੰਦੇ ਹੇ ਭਾਈ, ਹੇ ਹਰੀ ਦੇ ਜਨ, ਕਹਿੰਦੇ ਹਰੀ ਦੇ ਨਾਮ ਨੂੰ, ਰਾਮ ਰੂਪੀ ਧਨ ਨੂੰ ਸੰਚਨਾ ਕਰੋ, ਇਕੱਤਰ ਕਰੋ। ਸਤਿਗੁਰ ਸੇਵ ਇਹ ਕਿੱਥੋਂ ਮਿਲਣਾ ਹੈ? ਕਹਿੰਦੇ ਸਤਿਗੁਰੂ ਨੂੰ ਸੇਵਨਾ ਕਰ, ਸਤਿਗੁਰੂ ਨੂੰ ਯਾਦ ਕਰ, ਗੁਰੂ ਵਾਲਾ ਬਣ, ਗੁਰੂ ਦੀ ਸ਼ਰਨ ਵਿੱਚ ਰਹਿਣਾ ਕਰ। ਗੁਰੂ ਦੀ ਸ਼ਰਨ ਵਿੱਚ ਰਹਿ ਕੇ ਹੀ ਕਹਿੰਦੇ ਤੈਨੂੰ ਇਹ ਨਾਮ ਰੂਪੀ ਧਨ ਪ੍ਰਾਪਤ ਹੋਣਾ ਹੈ। ਇਹ ਗੁਰੂ ਨਾਮ ਦਾ ਧਨ ਦੇਣ ਵਾਲਾ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਇਹ ਧਨ ਕਦੇ ਮੁੱਕਦਾ ਨਹੀਂ ਹੈ। ਦੁਨਿਆਵੀ ਧਨ ਅੱਜ ਮੇਰੇ ਕੋਲ ਹੈ, ਕੱਲ੍ਹ ਨੂੰ ਤੁਹਾਡੇ ਕੋਲ, ਪਰਸੋਂ ਕਿਸੇ ਹੋਰ, ਚੌਥੇ ਕਿਸੇ ਹੋਰ, ਟਿਕਦਾ ਨਹੀਂ ਇੱਕ ਥਾਂ ਤੇ। ਪਰ ਨਾਮ ਰੂਪੀ ਧਨ ਜਿਹੜਾ ਜਿਹਨੇ ਜਪਿਆ ਉਹਦੇ ਕੋਲ ਹੀ ਰਹਿੰਦਾ। ਗੁਰੂ ਸਾਰੇ ਹਰ ਨਾਮ ਧਨ ਨਿਰਮਲ ਅਤ ਅਪਾਰਾ, ਗੁਰ ਕੈ ਸ਼ਬਦ ਭਰੇ ਭੰਡਾਰਾ। ਗੁਰੂ ਦੇ ਸ਼ਬਦ ਦੇ ਭੰਡਾਰੇ ਭਰੇ ਹੋਏ ਨੇ, ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ। 1430 ਅੰਕ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ। ਤੇ ਗੁਰੂ ਸਵਾਰਿਓ ਇੱਕ ਇੱਕ ਅੱਖਰ ਵਿੱਚ, ਇੱਕ ਇੱਕ ਸ਼ਬਦ ਵਿੱਚ ਖਜ਼ਾਨਾ ਹੈ। ਪਰ ਸਾਨੂੰ ਹੰਸ ਬਿਰਤੀ ਬਣਾਉਣੀ ਪਵੇਗੀ। ਹੰਸ ਜਦੋਂ ਸਰੋਵਰ ਦੇ ਵਿੱਚ ਚੁੱਭੀ ਮਾਰਦਾ ਨਾ, ਤੇ ਹੰਸ ਨੂੰ ਇਹ ਯਕੀਨ ਹੁੰਦਾ ਕਿ ਮੈਂ ਚੁੱਭੀ ਮਾਰਾਂਗਾ ਤੇ ਵਿੱਚੋਂ ਮੈਂ ਆਪਣੀ ਖੁਰਾਕ ਮੋਤੀ ਲੈ ਕੇ ਆਵਾਂਗਾ। ਤੇ ਬੈਠਾ ਤਾਂ ਬਗਲਾ ਵੀ ਹੁੰਦਾ ਗੁਰੂ ਸਾਰੇ ਸਰੋਵਰ ਦੇ ਲਾਗੇ। ਤੇ ਬਗਲਾ ਕੀ ਕਰਦਾ ਹੈ? ਬਗਲੇ ਦੀ ਵੀ ਸਮਾਧੀ ਬਗਲਾ ਵੀ ਲਾਉਂਦਾ, ਸਮਾਧੀ ਹੰਸ ਵੀ ਲਾਉਂਦੇ ਨੇ। ਤੇ ਬਗਲਾ ਸਮਾਧੀ ਲਾਉਂਦਾ ਡੱਡੂਆਂ ਮੱਛੀਆਂ ਖਾਣ ਦੇ ਲਈ, ਤੇ ਹੰਸ ਲਾਉਂਦਾ ਸਮਾਧੀ ਗੁਰੂ ਸਵਾਰਿਓ ਉਸ ਮੋਤੀ ਨੂੰ ਚੁਗਣ ਦੇ ਲਈ। ਬਗਲਾ ਬਾਰ-ਬਾਰ ਰਹਿੰਦਾ, ਬਗਲਾ ਵਿੱਚ ਪ੍ਰਵੇਸ਼ ਨਹੀਂ ਹੁੰਦਾ। ਤੇ ਹੰਸ ਜਿਹੜਾ ਹੈ ਉਹ ਮਰ ਜੀਵੜਾ ਬਣ ਜਾਂਦਾ ਹੈ। ਮਰ ਜੀਵੜਾ ਕਿਹਨੂੰ ਆਖਿਆ ਜਾਂਦਾ? ਜਿਹੜਾ ਆਪਣਾ ਆਪ ਕੁਰਬਾਨ ਕਰ ਦੇਵੇ। ਸਮੁੰਦਰ 'ਚ ਛਾਲ ਮਾਰਨੀ ਤੇ ਚੁੱਭੀ ਮਾਰਨੀ, ਵਿੱਚ ਚਲੇ ਜਾਣਾ, ਇਹ ਵਿਸ਼ਵਾਸ
ਤੇ ਇਹ ਵਿਸ਼ਵਾਸ ਕਿ ਮੈਨੂੰ ਇੱਥੋਂ ਮੇਰੀ ਖੁਰਾਕ ਪ੍ਰਾਪਤ ਹੋਣੀ ਹੈ। ਸਿੱਖ ਦੀ ਬਿਰਤੀ ਵੀ ਹੰਸ ਬਿਰਤੀ ਹੋਣੀ ਚਾਹੀਦੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਬਾਣੀ ਪੜ੍ਹਦਿਆਂ ਸਮੇਂ ਇਹ ਮਨ 'ਚ ਵਿਸ਼ਵਾਸ ਰੱਖਣਾ ਕਿ ਮੈਨੂੰ ਸ਼ੁਭ ਗੁਣਾ ਰੂਪੀ ਮੋਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚੋਂ ਪ੍ਰਾਪਤ ਹੋਣੇ ਨੇ। ਇੱਥੋਂ ਹੀ ਮੈਨੂੰ ਸੱਤ ਮਿਲਣਾ, ਇੱਥੋਂ ਮੈਨੂੰ ਸੰਤੋਖ ਮਿਲਣਾ, ਇੱਥੋਂ ਮੈਨੂੰ ਦਇਆ ਧਰਮ ਵਿਚਾਰ ਇਤਿਆਦਿ, ਇਹ ਸਭ ਕੁਝ ਸਤਿਗੁਰੂ ਦੀ ਬਾਣੀ ਤੋਂ ਮਿਲਨੇ ਨੇ। ਜਿਹੜੀ ਸਤਿਗੁਰੂ ਦੀ ਬਾਣੀ ਨੂੰ ਵਿਚਾਰਨਾ ਨਾ, ਪੜ੍ਹ ਕੇ ਵਿਚਾਰਨਾ ਤੇ ਉਹਦੇ ਅਨੁਸਾਰ ਜੀਵਨ ਬਤੀਤ ਕਰਨਾ, ਤੇ ਮਨ ਨੂੰ ਫਿਰ ਸਾਡੀ ਹੰਸ ਬਿਰਤੀ ਹੈ। ਜੇ ਪੜ੍ਹ ਲਿਆ, ਪੜ੍ਹ ਕੇ ਛੱਡ ਦਿੱਤਾ, ਕੋਈ ਅਮਲ ਨਹੀਂ ਕੀਤਾ, ਕੇਵਲ ਲੋਕ ਦਿਖਾਵੇ ਤੇ ਕੰਮ ਕਰਦਾ ਰਿਹਾ, ਫਿਰ ਗੁਰੂ ਸਵਾਰਿਓ ਮਾਫ ਕਰਨਾ ਸਾਡੀ ਬਗਲਾ ਬਿਰਤੀ ਹੈ। ਤੇ ਆਪਾਂ ਬਗਲਾ ਬਿਰਤੀ ਨਹੀਂ ਧਾਰਨ ਕਰਨੀ, ਆਪਾਂ ਧਾਰਨ ਕਰਨੀ ਹੈ ਹੰਸ ਬਿਰਤੀ। ਬਾਣੀ ਨੂੰ ਆਪਾਂ ਪੜ੍ਹਨਾ ਹੈ ਤੇ ਕੋਸ਼ਿਸ਼ ਕਰਨੀ ਹੈ ਤੇ ਨਾਲ ਨਾਲ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਪੜ੍ਹਨੀ ਛੱਡ ਦੇਣੀ ਹੈ। ਜੇ ਵਿਚਾਰਨ ਦਾ ਸਾਡੇ ਕੋਲ ਸਮਾਂ ਨਹੀਂ ਹੈ, ਪੜ੍ਹਨੀ ਛੱਡਦੇ, ਇਹ ਵੀ ਨਹੀਂ ਕਰਨਾ। ਬਾਣੀ ਨਾਲ ਜੁੜਨਾ ਵੀ, ਪੜ੍ਹਨੀ ਵੀ ਜ਼ਰੂਰੀ ਹੈ। ਥੋੜ੍ਹੀ ਪੜ੍ਹੋ ਪਰ ਵਿਚਾਰਦੇ ਰਹੇ। ਜੇ ਸਮਾਂ ਨਹੀਂ ਹੈ, ਮਾਨੋ ਤੁਸੀਂ ਸਹਿਜ ਪਾਠ ਕਰ ਰਹੇ ਹੋ, ਨਿਤਨੇਮ ਕਰ ਰਹੇ ਹੋ, ਇੱਕ ਦਿਨ 'ਚ 20 ਅੰਗ ਜਾਂ 30 ਅੰਗ ਜਾਂ 50 ਅੰਗ ਜਿੰਨੇ ਵੀ ਕਰਦੇ ਨੇ, ਤੇ ਉਹ ਆਪਾਂ ਇਹ ਸੋਚੀਏ ਕਿ ਦੇਖੋ 50 ਅੰਕ ਆਪਾਂ ਕਰ ਲਏ, 30 ਅੰਕ ਕਰ ਲਏ, ਇੱਕ ਸ਼ਬਦ ਜਾਂ ਦੋ ਸ਼ਬਦ ਆਪਾਂ ਅਰਥਾਂ ਦੇ ਸਿੱਧ ਪੜ੍ਹਨੇ ਸ਼ੁਰੂ ਕਰ ਦਈਏ। 30 ਅੰਕ ਕਰ ਲਏ ਤੇ ਦੋ ਸ਼ਬਦ ਅਰਥਾਂ ਦੇ ਸਿੱਧ ਪੜ੍ਹ ਲਈਏ, ਤੇ ਦੂਜੇ ਦਿਨ ਫਿਰ 30 ਅੰਕ ਜਾਂ 20 ਅੰਕ ਜਿੰਨੇ ਵੀ ਕੀਤੇ ਨੇ ਫਿਰ ਦੋ ਪੜ੍ਹਨਾ ਕਰੀ ਅਰਥਾਂ ਸਹਿਤ। ਤੇ ਹੌਲੀ ਹੌਲੀ ਗੁਰੂ ਸਵਾਰੇ ਸਾਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਬਾਣੀ ਦੀ ਸਮਝ ਆਉਣ ਲੱਗ ਪਵੇਗੀ ਕਿ ਸਤਿਗੁਰੂ ਸਾਨੂੰ ਕਹਿੰਦੇ ਕੀ ਨੇ। ਇਹ ਹੈ ਵਿਚਾਰ। ਜੋ ਸਾਨੂੰ ਅਰਥਾਂ ਦਾ ਪਤਾ ਲੱਗੇਗਾ ਨਾ, ਫਿਰ ਆਪਣੇ ਆਪ ਹੀ ਸਾਡਾ ਮਨ ਜਿਹੜਾ ਇੱਧਰ ਉੱਧਰ ਦੌੜਿਆ ਭੱਜਿਆ ਫਿਰਦਾ ਨਾ, ਫਿਰ ਆਪਣੇ ਆਪ ਟਿਕਾ ਵਿੱਚ ਆ ਜਾਵੇਗਾ, ਠਹਿਰਾਅ ਵਿੱਚ ਆ, ਕਿਉਂਕਿ ਸਾਨੂੰ ਬੋਲੀ ਸ਼ੈਲੀ ਪਤਾ ਲੱਗ ਜਾਵੇਗੀ। ਬਾਣੀ ਪੜ੍ਹਦੇ ਹਾਂ, ਅਰਥਾਂ ਦਾ ਪਤਾ ਨਹੀਂ, ਮਨ ਸਾਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬੋਲੀ ਨਹੀਂ ਆਉਂਦੀ ਹੈ, ਭਾਸ਼ਾ ਨਹੀਂ ਆਉਂਦੀ ਹੈ। ਜਿਵੇਂ ਹੁਣ ਆਪਾਂ ਮਹਾਰਾਸ਼ਟਰ ਚਲੇ, ਉੱਥੋਂ ਦੀ ਬੋਲੀ ਵੱਖਰੀ ਹੈ। ਬਾਹਰਲੇ ਦੇਸ਼ਾਂ 'ਚ ਅੰਗਰੇਜ਼ੀ ਬੋਲੀ ਜਾਂਦੀ ਹੈ, ਫਰੈਂਚ ਭਾਸ਼ਾ ਵਰਤੀ ਜਾਂਦੀ ਹੈ। ਜਿਹਨੂੰ ਉੱਥੋਂ ਦੀ ਭਾਸ਼ਾ ਆਉਂਦੀ ਉਹੀ ਉੱਧਰ ਹੀ ਉਹ ਗੱਲ ਕਰ ਸਕਦਾ। ਜੇ ਨਹੀਂ ਆਉਂਦੀ ਤਾਂ ਇੱਕ ਦੂਜੇ ਦੇ ਮੁੱਖ ਵੱਲ ਦੇਖਣ ਕਿ ਕੀ ਕਹਿ ਰਿਹਾ ਹੈ, ਉਹਨੂੰ ਸਾਡੀ ਸਮਝ ਨਹੀਂ, ਸਾਨੂੰ ਉਹਦੀ ਸਮਝ ਨਹੀਂ ਆ ਰਹੀ ਹੈ। ਤੇ ਸਮਝ ਉਦੋਂ ਆਣੀ ਹੈ ਜਦੋਂ ਆਪਾਂ ਪੜ੍ਹ ਲਵਾਂਗੇ, ਵਿਚਾਰ ਲਵਾਂਗੇ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਹੁਤ ਸਾਰੇ ਐਸੇ ਸ਼ਬਦ ਨੇ ਜਿਨ੍ਹਾਂ ਦੇ ਬੜੇ ਗੋਹਜ ਭੇਦ ਨੇ ਗੁਰੂ ਸਵਾਰਿਓ। ਪਰ ਜੇ ਆਪਾਂ ਪੜ੍ਹਾਂਗੇ ਨਾਲ ਇੱਕ ਇੱਕ ਆਪਾਂ ਸ਼ਬਦ, ਦੋ ਦੋ ਸ਼ਬਦ ਪੜ੍ਹਦੇ ਜਾਈਏ, ਤੇ ਸਾਨੂੰ ਸਤਿਗੁਰ ਦੀ ਬਾਣੀ ਦੀ ਸੋਝੀ ਆਉਣੀ ਸ਼ੁਰੂ ਹੋ ਜਾਵੇਗੀ। ਸਾਰਾ ਦਿਨ WhatsApp ਉੱਤੇ, ਨੈੱਟ ਉੱਤੇ ਆਪਾਂ ਲੱਗੇ ਰਹਿੰਦੇ ਹਾਂ, ਤੇ ਮਾਫ ਕਰਨਾ 2-2 3-3 ਘੰਟੇ 4-4 ਘੰਟੇ ਵੀ ਖਰਾਬ ਕਰ ਦਿੰਦੇ ਨੇ ਕਈ ਸਾਰਾ ਦਿਨ ਲੱਗੇ ਰਹਿੰਦੇ ਨੇ। 15-20 ਮਿੰਟ ਆਪਾਂ ਕੱਢ ਲਏ ਕਿ ਸਤਿਗੁਰ ਦੇ ਲਈ, ਕਿ ਸਤਿਗੁਰੂ, ਹੇ ਗੁਰੂ ਨਾਨਕ ਸਾਹਿਬ ਮਹਾਰਾਜ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ, ਤੇ ਦੋ ਦੋ ਸ਼ਬਦ ਹੀ ਪੜ੍ਹੀਏ ਨਾ, ਗੁਰੂ ਕਿੱਥੇ ਸਾਨੂੰ ਕਿੰਨਾ ਖਜ਼ਾਨਾ ਪ੍ਰਾਪਤ ਹੋ ਜਾਵੇਗਾ। ਇਹ ਹੈ ਫਿਰ ਅਸਲੀ ਖਜ਼ਾਨਾ, ਇਹ ਹੈ ਨਾਮ ਧਨ ਜਿਹੜਾ ਸਾਡੇ ਨਾਲ ਨਿਭਣ ਵਾਲਾ ਏ। ਕਹਿੰਦੇ ਭਾਈ ਇਹ ਕਿੱਥੋਂ ਮਿਲਣਾ? ਸਤਿਗੁਰ ਸੇਵ, ਸਤਿਗੁਰ ਦੀ ਸੇਵਾ ਕਰਕੇ, ਸਤਿਗੁਰ ਦੇ ਲੜ ਲੱਗ ਕੇ, ਸਤਿਗੁਰ ਦੀ ਸ਼ਰਨ ਰਹੋ, ਸ਼ਰਨ ਵਿੱਚ ਰਹਿਣ ਦੇ ਨਾਲ ਕਹਿੰਦੇ ਭਾਈ ਇਹ ਨਾਮ ਰੂਪੀ ਧਨ ਪ੍ਰਾਪਤ ਹੋਣਾ ਹੈ। ਤੇ ਸਤਿਗੁਰੂ ਜੀ ਜਿਹੜਾ ਦੁਨਿਆਵੀ ਧਨ ਹੈ, ਘਰ ਵਿੱਚ ਮਾਇਆ ਹੈ, ਧਨ ਸੰਪਦਾ ਹੈ, ਉਹਨੂੰ ਚੋਰ ਉਚੱਕੇ ਚੋਰੀ ਕਰ ਲੈਂਦੇ ਨੇ ਕਿ ਇਸ ਧਨ ਨੂੰ ਵੀ ਚੋਰੀ ਕਰ ਸਕਦਾ ਕੋਈ। ਤੇ ਪਾਤਸ਼ਾਹ ਕਹਿੰਦੇ ਨਹੀਂ ਭਾਈ, ਤਸਕਰ ਚੋਰ ਨਾ ਲਾਗੈ ਤਾਂ ਕੋ, ਧੁਨ ਉਪਜੈ ਸ਼ਬਦ ਜਗਾਇਆ। ਸਤਿਗੁਰੂ ਕਹਿੰਦੇ ਇਸ ਧਨ ਨੂੰ ਕੋਈ ਤਸਕਰ ਦਾ ਚੋਰ, ਜਿਹੜੇ ਡਾਕੇ ਮਾਰਨ ਵਾਲੇ ਨੇ, ਧਾੜਵੀ ਇਤਿਆਦਿਕ ਨੇ, ਚੋਰ ਅਚੱਕੇ,
ਕਹਿੰਦੇ ਨੇ ਉਹ ਕਹਿੰਦੇ ਨਹੀਂ ਲੱਗ ਸਕਦੇ ਹਨ। ਤੇ ਕਹਿੰਦੇ ਇਸ ਤਰ੍ਹਾਂ ਧੁਨ ਉਪਜੈ ਸ਼ਬਦ ਜਗਾਇਆ, ਉਸ ਪਿਆਰੇ ਜਿਸ ਪਿਆਰੇ ਦੇ ਅੰਦਰ, ਕਹਿੰਦੇ ਧੁਨ ਦਾ ਅਰਥ ਹੈ ਨਾਮ ਦੀ ਰੋਹ, ਰੋਹ ਪੈਦਾ ਹੋ ਜਾਣੀ। ਇਹ ਕਿੱਥੋਂ ਪੈਦਾ ਹੁੰਦੀ? ਫਿਰ ਸਤਿਗੁਰੂ ਗੱਲ ਨੂੰ ਕਹਿੰਦੇ ਸ਼ਬਦ ਜਗਾਇਆ, ਗੁਰੂ ਦੇ ਸ਼ਬਦ ਨਾਲ ਹੀ ਜਾਗਣੀ ਪਾਈ, ਸ਼ਬਦ ਤੋਂ ਬਿਨਾਂ ਨਹੀਂ ਜਾਗ ਸਕਦੀ ਹੈ। ਜਦੋਂ ਸ਼ਬਦ ਦੇ ਲੜ ਨਹੀਂ ਲੱਗਦੇ ਆਪਾਂ, ਤੇ ਉਦੋਂ ਤੱਕ ਸਾਡੇ ਅੰਦਰ ਫਿਰ ਇਹ ਜਿਹੜੀ ਰੋਹ ਹੈ ਇਹ ਪੈਦਾ, ਨਾਮ ਦੀ ਰੋਹ ਪੈਦਾ ਨਹੀਂ ਹੋ ਸਕਦੀ ਹੈ। ਇਹ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਪਹਿਲੇ ਬੰਦ ਦੀ ਪਹਿਲੇ ਪਦੇ ਦੀ ਵਿਚਾਰ ਪਾਤਸ਼ਾਹ ਨੇ ਕਰਵਾਈ ਹੈ। ਬਾਕੀ ਰਹਿੰਦੇ